ਵਾਹਿਗੁਰੂ 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 ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਡ ਹੰਸ ਮਹੱਲਾ ਤੀਜਾ। ਏ ਮਨ ਮੇਰਿਆ ਆਵਾ ਗੌਣ ਸੰਸਾਰ ਹੈ, ਅੰਤ ਸਚ ਨਬੇੜਾ ਰਾਮ। ਆਪੇ ਸੱਚਾ ਬਖਸ਼ ਲਏ, ਫਿਰ ਹੋਏ ਨਾ ਫੇਰਾ ਰਾਮ। ਏ ਮਨ ਮੇਰਿਆ ਆਵਾ ਗੌਣ ਸੰਸਾਰ ਹੈ, ਅੰਤ ਸਚ ਨਬੇੜਾ ਰਾਮ। ਆਪੇ ਸੱਚਾ ਬਖਸ਼ ਲਏ, ਫਿਰ ਹੋਏ ਨਾ ਫੇਰਾ ਰਾਮ। ਫਿਰ ਹੋਏ ਨਾ ਫੇਰਾ, ਅੰਤ ਸਚ ਨਬੇੜਾ। ਗੁਰਮੁਖ ਮਿਲੈ ਵਡਿਆਈ, ਸਾਚੈ ਰੰਗ ਰਾਤੇ ਸਹਜੇ ਮਾਤੇ। ਸਹਜੇ ਰਹੇ ਸਮਾਈ, ਸੱਚਾ ਮਨ ਪਾਇਆ ਸੱਚ ਵਸਾਇਆ। ਸ਼ਬਦ ਰਤੇ ਅੰਤ ਨਬੇਰਾ, ਨਾਨਕ ਨਾਮ ਰਤੇ ਸੇ ਸੱਚ ਸਮਾਣੇ। ਬਾਹੁਰ ਨ ਭਵ ਜਲ ਫੇਰਾ, ਸੱਚਾ ਮਨ ਪਾਇਆ ਸੱਚ ਵਸਾਇਆ। ਸ਼ਬਦ ਰਤੇ ਅੰਤ ਨਬੇਰਾ, ਨਾਨਕ ਨਾਮ ਰਤੇ ਸੇ ਸੱਚ ਸਮਾਣੇ। ਬਾਹੁਰ ਨ ਭਵ ਜਲ ਫੇਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਆਪ ਵੱਡਿਆਂ ਭਾਗਾਂ ਵਾਲੇ ਹੋ ਜੋ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਦਰਸ਼ਨ ਇਸ਼ਨਾਨ ਕਰਨ ਪਹੁੰਚੇ ਹੋ। ਅਕਾਲ ਪੁਰਖ ਦੇ 10 ਸਰਗੁਣ ਸਰੂਪ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਤੱਕ ਸਭਨਾਂ ਨੂੰ ਯਾਦ ਕਰਦਿਆਂ ਪ੍ਰਭੂ ਦੇ ਸ਼ਬਦਾ ਅਵਤਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਜੋ ਪਾਵਨ ਫੁਰਮਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹਾਜ਼ਰੀਨ ਹੋ ਕਰਕੇ ਸਮੁੱਚੀ ਲੋਕਾਈ ਦੇ ਭਲੇ ਹਿੱਤ ਬਖਸ਼ਦੇ ਹਨ। ਆਓ ਉਸ ਸ੍ਰੀ ਮੁਖਵਾਕ ਦੀ ਵਿਆਖਿਆ ਗੁਰੂ ਅਰਜਨ ਪ੍ਰਤੱਖ ਹਰ ਖੁਦ ਖੁਦਾ ਗੁਰੂ ਅਰਜਨ ਸਾਹਿਬ ਜੀ ਦੇ ਪਾਵਨ ਅਸਥਾਨ ਦੀਵਾਨ ਹਾਲ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਵਿਖੇ ਸਰਵਣ ਕਰਨਾ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਡ ਹੰਸ
ਮਹੱਲਾ ਤੀਜਾ। ਏ ਮਨ ਮੇਰਿਆ ਆਵਾ ਗੌਣ ਸੰਸਾਰ ਹੈ, ਅੰਤ ਸਚ ਨਬੇੜਾ ਰਾਮ। ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਵਡਹੰਸ ਰਾਗ ਦੇ ਵਿੱਚ ਇਹ ਸ਼੍ਰੀ ਮੁਖਵਾਕ ਪ੍ਰਗਟ ਕਰਦੇ ਨੇ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ 571 ਅਤੇ 72 ਅੰਗ ਉੱਪਰ ਦਰਜ ਹੈ। ਮਹਾਰਾਜ ਇੱਥੇ ਸਾਨੂੰ ਸਮਝਾਉਂਦੇ ਨੇ, ਐ ਜਗਿਆਸੂਓ ਆਪਣੇ ਮਨ ਨੂੰ ਇਹ ਸਿੱਖਿਆ ਦੇਣੀ ਕਰੋ, ਇਹ ਜਿਹੜਾ ਸੰਸਾਰ ਹੈ ਸੰਸਰਣ ਕਰਦਾ ਹੈ, ਵੱਧਦਾ ਫੁੱਲਦਾ ਹੈ, ਪ੍ਰਫੁੱਲਤ ਹੁੰਦਾ ਹੈ, ਘਟ ਜਾਂਦਾ ਹੈ। ਇੱਥੇ 84 ਲੱਖ ਜੂਨਾਂ ਦਾ ਜਿਹੜਾ ਗੇੜ ਹੈ, ਜੋ ਆਵਾਗਮਨ ਹੈ, ਉਹ ਖੂਹ ਦੀ ਟਿੰਡ ਦੀ ਨਿਆਈ ਸਾਡੇ ਗਲ ਪਿਆ ਰਹਿੰਦਾ ਹੈ। ਆਵਾ ਤੋਂ ਭਾਵ ਹੈ ਆਉਣਾ, ਗਾਉਣ ਦਾ ਭਾਵ ਹੁੰਦਾ ਹੈ ਫਿਰਦੇ ਰਹਿਣਾ। ਇਹ ਸੰਸਾਰ ਆਵਾਗਮਨ ਹੈ ਔਰ ਦੁਨੀਆ ਦੇ ਉੱਤੇ ਆਉਣ ਦਾ ਕਾਰਨ ਦੁਨੀਆ ਦਾ ਮੋਹ ਹੈ। ਮੁਕਤੀ ਦਾ ਕਾਰਨ, ਨਜ਼ਾਤ ਹਾਸਲ ਕਰਨ ਦਾ ਕਾਰਨ ਪਰਮਾਤਮਾ ਦਾ ਮੋਹ ਹੈ। ਸੰਸਾਰ ਦਾ ਮੋਹ ਕਰਦੇ ਹਾਂ, ਸੰਸਾਰ ਤੇ 84 ਲੱਖ ਜੂਨਾਂ ਮਿਲ ਜਾਂਦੀਆਂ ਨੇ। ਨਿਰੰਕਾਰ ਦਾ ਮੋਹ ਕਰਦੇ ਹਾਂ, ਆਵਾਗਮਨ ਮਿਟਦਾ ਹੈ, ਉਹਦੇ ਚਰਨ ਮਿਲ ਜਾਂਦੇ ਨੇ। ਕਾਇਆ ਅੰਦਰ ਹਉਮੈ ਮੇਰਾ, ਜੰਮਣ ਮਰਨ ਨਾ ਚੂਕੈ ਫੇਰਾ। ਮਹਾਰਾਜ ਕਹਿੰਦੇ ਨੇ, ਇਸ ਕਾਇਆ ਦੇ ਅੰਦਰ ਜਿੰਨਾ ਤੱਕ ਹੰਕਾਰ ਹੈ, ਮੈਂ ਮੇਰਾ ਹੈ, ਮਮਤਾ ਪ੍ਰਬਲ ਹੈ, ਜਿੰਨਾ ਚਿਰ ਸੰਸਾਰ ਦਾ ਮੋਹ ਕਰਦੇ ਰਹੋਗੇ ਸੰਸਾਰ ਤੇ ਹੀ ਆਉਣਾ ਪਵੇਗਾ। ਅਕਾਲ ਪੁਰਖ ਦਾ ਮੋਹ ਕਰੋਗੇ ਤੇ ਤੁਹਾਨੂੰ ਮੁਕਤੀ ਮਿਲ ਜਾਵੇਗੀ। ਸੋ ਇਹ ਜਿਹੜਾ ਜੂਨਾਂ ਦਾ ਚੱਕਰ ਹੈ, ਇਹ ਸੰਸਾਰ ਦੇ ਮੋਹ ਕਰਕੇ ਚੱਲਦਾ ਹੈ। ਗੁਰੂ ਨਾਨਕ ਸਾਹਿਬ ਨੇ ਬਿਲਾਵਲ ਰਾਗ ਦੇ ਵਿੱਚ ਹੁਕਮ ਕੀਤਾ ਹੈ, ਸੂਕਰ ਸਵਾਨ ਗਰ ਤਬ ਮੰਝਾਰਾ, ਪਸ਼ੂ ਮਲੇਸ਼ ਨੀਚ ਚੰਡਾਲਾ। ਗੁਰ ਤੇ ਮੋਹ ਫੇਰੇ ਤਿਨ ਜੋਨ ਭਵਾਈਐ, ਬੰਧਨ ਬਾਧਿਆ ਆਈਐ ਜਾਈਐ। ਗੁਰੂ ਨਾਨਕ ਸਾਹਿਬ ਕਹਿੰਦੇ, ਜਿਹੜੇ ਗੁਰੂ ਨੂੰ ਧਾਰ ਕੇ ਅਕਾਲ ਪੁਰਖ ਦਾ ਨਾਮ ਨਹੀਂ ਜਪਦੇ, ਸੰਸਾਰ ਦੇ ਮੋਹ ਵਿੱਚ ਲੱਗੇ ਰਹਿੰਦੇ ਨੇ। ਕੋਈ ਸੂਰ ਬਣ ਜਾਂਦਾ ਹੈ, ਕੋਈ ਕੁੱਤਾ ਬਣ ਜਾਂਦਾ ਹੈ, ਕੋਈ ਗਧਾ ਬਣ ਜਾਂਦਾ ਹੈ, ਕੋਈ ਮਲੇਸ਼ ਬਣ ਜਾਂਦਾ ਹੈ, ਕੋਈ ਨੀਚ ਚੰਡਾਲ ਬਣ ਜਾਂਦਾ ਹੈ। ਇਉਂ 84 ਲੱਖ ਜੂਨਾਂ ਦਾ ਗੇੜ ਉਸਨੂੰ ਪੈ ਜਾਂਦਾ ਹੈ। ਕਈ ਸਥੂਲ ਅਰਥ ਦਾ ਖੰਡਨ ਕਰ ਦਿੰਦੇ ਨੇ ਜੀ, 84 ਲੱਖ ਜੂਨਾਂ ਨਹੀਂ ਹੁੰਦੀਆਂ। ਜੇ ਅੱਖਾਂ ਨੂੰ ਨਜ਼ਰੀ ਆ ਰਹੇ ਨੇ ਜੀਵ ਜੰਤੂ ਤੇ ਫਿਰ ਸਭ ਕੁਝ ਹੈ। ਅੰਤਰਮੁਖੀ ਅਰਥ ਵੱਲ ਵੱਧ ਤੁਰਦੇ ਨੇ ਜੀ। ਅਖੇ ਤੇ ਅੰਦਰ ਦੀ ਦਸ਼ਾ ਨੂੰ ਆਖਿਆ। ਲੋਭੀ ਬੰਦੇ ਨੂੰ ਕੁੱਤੇ ਵਰਗਾ ਕਹਿ ਦਿੱਤਾ ਜਾਂਦਾ ਹੈ। ਮੋਹ ਵਿੱਚ ਫਸੇ ਬੰਦੇ ਨੂੰ, ਜਿਵੇਂ ਨਿਆਣੇ ਕੋਈ ਚੱਟੀ ਜਾਵੇ ਮੋਹ ਵਿੱਚ, ਸੂਰ ਵਰਗਾ ਕਹਿ ਦਿੱਤਾ ਜਾਂਦਾ। ਇਹ ਵਾਧੂ ਦੀਆਂ ਬਾਤਾਂ ਨੇ। ਗੁਰੂ ਨਾਨਕ ਸਾਹਿਬ ਨੇ ਸਾਫ਼ ਲਿਖਿਆ ਹੈ ਵੀ ਗੁਰੂ ਉਪਦੇਸ਼ ਗ੍ਰਹਿਣ ਨਹੀਂ ਕਰੋਗੇ, ਸੰਸਾਰ ਦੇ ਮੋਹ ਦਾ ਤਿਆਗ ਨਹੀਂ ਕਰੋਗੇ ਤੇ ਸੰਸਾਰ ਤੇ ਜੰਮਣਾ ਮਰਨਾ ਕਾਇਮ ਰਹੇਗਾ। ਔਰ ਬੜੇ ਬੜੇ ਇੰਗਲਿਸ਼ ਦੇ ਪ੍ਰੋਫੈਸਰ ਸਾਹਿਬਾਨ, ਵਿਦਵਾਨ ਵੀ ਇਹੀ ਅਰਥ ਕਰਦੇ ਨੇ। ਦਾ ਹਿਊਮਨ ਇਜ਼ ਅ ਪਿਗ, ਆ ਡੌਗ, ਆ ਡੋਂਕੀ, ਆ ਕੈਟ। ਬੰਦਾ ਹੀ ਇਹਨਾਂ ਜੂਨਾਂ ਵਿੱਚ ਪਵਾਇਆ ਜਾਂਦਾ ਹੈ। ਆ ਬੀਸਟ, ਫਿਲਥੀ, ਆ ਲੋਲੀ ਰੈਚ। ਇਹ ਜਿੰਨੀਆਂ ਵੀ ਜੂਨਾਂ ਨੇ, ਇਹ ਬੰਦਾ ਹੀ ਇਹਨਾਂ ਵਿੱਚ ਭਰਮਾਇਆ ਜਾਂਦਾ ਹੈ।
ਕਾਰਨ ਕੀ ਹੈ? ਇੰਗਲਿਸ਼ ਦੇ ਵਿਦਵਾਨ ਲਿਖਦੇ ਨੇ, ਇਫ ਹੀ ਟਰਨਸ ਹਿਸ ਫੇਸ ਅਵੇ ਫਰੋਮ ਗੁਰੂ then he shall be reincarnated again and again। ਗੁਰੂ ਨੂੰ ਪਿੱਠ ਦਿੱਤੀ ਤੇ 84 ਲੱਖ ਜੂਨਾਂ ਦਾ ਗੇੜ ਪੈ ਗਿਆ। ਇਹ ਬੰਧਨ ਪੈ ਜਾਂਦੇ ਨੇ। ਮਹਾਰਾਜ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ, ਗੁਰ ਪ੍ਰਸਾਦ ਜਨ ਕਬੀਰ ਰਾਮ ਕਰ ਸਨੇਹੀ। ਕਬੀਰ ਜੀ ਰਾਹੀਂ ਵੀ ਸਾਨੂੰ ਸਮਝਾਉਂਦੇ ਨੇ, ਸੂਕਰ ਕੂਕਰ ਜੋਨ ਭ੍ਰਮੇ ਤਉ ਲਾਜ ਨਾ ਆਈ। ਰਾਮ ਨਾਮ ਛਾੜ ਅੰਮ੍ਰਿਤ ਕਾਹੇ ਬਿਖ ਖਾਈ। ਕਬੀਰ ਜੀ ਕਹਿੰਦੇ ਨੇ, ਸਾਰਾ ਜੀਵਨ ਵਿਕਾਰਾਂ ਵਿੱਚ ਜ਼ਹਿਰ ਵਿੱਚ ਗਲਤਾਨ ਕਰ ਲਿਆ ਈ। ਕਿਉਂ ਤੈਨੂੰ ਖੌਫ ਨਹੀਂ ਹੈ ਪਰਮਾਤਮਾ ਦਾ? ਪਿਛਲੀਆਂ ਜੂਨਾਂ ਭੁੱਲ ਗਿਆ, ਕਦੇ ਕੁੱਤਾ ਬਣਿਆ, ਕਦੇ ਸੂਰ ਬਣਿਆ, ਫਿਰ ਸੰਸਾਰ ਦਾ ਮੋਹ ਲਈ ਬੈਠਾ ਹੈ। ਅਗਾਂਹ ਵੀ ਤੂੰ ਨਜ਼ਾਤ ਨਹੀਂ ਚਾਹੁੰਦਾ, ਲੱਗਦਾ ਹੈ ਜੂਨਾਂ ਵਿੱਚ ਹੀ ਭਰਮਾਇਆ ਜਾਵੇਂਗਾ। ਸੋ ਭਗਤਾਂ ਨੇ, ਸੰਤਾਂ ਨੇ ਸਾਫ਼ ਦਾਵਾ ਕੀਤਾ ਹੈ ਵੀ ਜੂਨਾਂ ਨੇ। ਕਬੀਰ ਜੀ ਕਹਿੰਦੇ ਨੇ, ਰਾਮ ਸਿਮਰ ਰਾਮ ਸਿਮਰ ਰਾਮ ਸਿਮਰ ਭਾਈ। ਰਾਮ ਨਾਮ ਸਿਮਰਨ ਬਿਨ ਬੂੜ ਤੇ ਅਧਿਕਾਈ। ਜਿਨ੍ਹਾਂ ਸਿਮਰਨ ਨਹੀਂ ਕੀਤਾ ਉਹ ਸੰਸਾਰ ਸਾਗਰ ਵਿੱਚ 84 ਲੱਖ ਜੂਨਾਂ ਦਰਮਿਆਨ ਡੁੱਬ ਗਏ। ਜਦੋਂ ਤੁਸੀਂ ਭਗਤਾਂ ਨੂੰ ਪੜ੍ਹਦੇ ਹੋ ਨਾ, ਤੇ ਉਹ ਸਾਫ਼ ਕਰਦੇ ਨੇ, ਪਰਮਾਤਮਾ ਨੂੰ ਧਿਆਓਗੇ ਤੇ ਪਰਮਾਤਮਾ ਕੋਲ ਜਾਓਗੇ। ਸੰਸਾਰ ਨੂੰ ਧਿਆਓਗੇ ਤੇ ਸੰਸਾਰ ਤੇ ਹੀ ਰਹੋਗੇ। ਅੰਤ ਕਾਲ ਨਾਰਾਇਣ ਸਿਮਰੈ ਐਸੀ ਚਿੰਤਾ ਆਕੈ ਹਿਰਦੈ ਬਸੈ। ਤਰਲੋਚਨ ਜੀ ਮਹਾਰਾਜ ਕਹਿੰਦੇ ਨੇ, ਭਗਤ ਜੀ ਹੋਣੀ ਨਾਰਾਇਣ ਨੂੰ ਸਿਮਰੋਗੇ, ਅਕਾਲ ਪੁਰਖ ਨੂੰ ਸਿਮਰੋਗੇ ਤੇ ਉਹਦੀ ਕਦਮ ਬੋਸੀ ਕਰੋਗੇ, ਉਹਦੇ ਚਰਨੀ ਪਹੁੰਚੋਗੇ, ਮੁਕਤੀ ਪਾਓਗੇ। ਸੰਸਾਰ ਹੀ ਸਿਮਰਦੇ ਰਹੇ, ਸੰਸਾਰ ਹੀ ਮੰਗਦੇ ਰਹੇ ਤੇ ਸੰਸਾਰ ਦੇ ਉੱਤੇ ਹੀ ਟਿਕ ਜਾਓਗੇ। 84 ਲੱਖ ਜੂਨਾਂ ਦਾ ਗੇੜ ਮਿਲ ਜਾਵੇਗਾ। The man shall be liberated, the Lord shall abide in his heart। ਖੁਦਾਇਆ ਅੰਦਰ ਪ੍ਰਗਟ ਹੋਇਆ ਤੇ ਮੁਕਤੀ ਮਿਲੇਗੀ, ਨਹੀਂ ਤੇ ਨਹੀਂ ਮਿਲਦੀ। ਸੋ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਨੇ, ਇਹ ਆਵਾਗਮਨ ਹੈ ਸੰਸਾਰ। ਜੇ ਨਬੇੜਾ ਚਾਹੁੰਦੇ ਹੋ, ਨਜ਼ਾਤ ਚਾਹੁੰਦੇ ਹੋ, ਮੁਕਤੀ ਚਾਹੁੰਦੇ ਹੋ, ਸੱਚੇ ਨਾਲ ਜੁੜੋ, ਸੱਚ ਬੋਲਿਆ ਕਰੋ, ਸੱਚੇ ਅਕਾਲ ਪੁਰਖ ਦੇ ਗੀਤ ਗਾਓ, ਫਿਰ ਹੀ ਮੁਕਤੀ ਮਿਲੇਗੀ। ਸੱਚੇ ਰਾਮ ਦੇ ਗੀਤ ਗਾਓ। ਰਾਮ ਇੱਥੇ ਰਮੇ ਹੋਏ ਨੂੰ ਕਿਹਾ ਹੈ। ਰਾਮ ਰਮਤ ਰਾਮ ਸਤ ਸਤ ਰਾਮ, ਜੋ ਚੌਹਾਂ ਜੁਗਾਂ ਵਿੱਚ ਹੈ। ਕਈ ਜਗ੍ਹਾ ਸ਼੍ਰੀ ਰਾਮਚੰਦਰ ਮਹਾਰਾਜ ਦਾ ਵੀ ਜ਼ਿਕਰ ਆਉਂਦਾ ਬਾਣੀ ਵਿੱਚ। ਰਾਮ ਗਇਓ ਰਾਵਣ ਗਇਓ ਜਾਕੋ ਬਹੁ ਪਰਿਵਾਰ। ਪਰ ਇੱਥੇ ਰਾਮ ਆਇਆ ਹੈ ਜੋ ਹਰ ਯੁੱਗ ਵਿੱਚ ਹੈ। ਸ਼੍ਰੀ ਰਾਮਚੰਦਰ ਜੀ ਤ੍ਰੇਤੇ ਵਿੱਚ ਹੀ ਹੋਏ ਨੇ। ਸੋ ਦੀਨ ਦੁਨੀਆ ਦੇ ਮਾਲਕ ਗੁਰੂ ਅਮਰਦਾਸ ਕਹਿੰਦੇ ਨੇ, ਸੱਚ ਨਾਲ ਜੁੜ ਜਾ, ਅਕਾਲ ਪੁਰਖ ਨਾਲ ਜੁੜ ਜਾ, ਚਰਨਾਂ ਵਿੱਚ ਜਗ੍ਹਾ ਬਖਸ਼ੇਗਾ, ਤੈਨੂੰ ਮੁਕਤੀ ਮਿਲ ਜਾਵੇਗੀ। ਸੱਚ ਰਤੇ ਗੁਰ ਮੇਲਿਆ, ਸੱਚੇ ਸੱਚ ਸਮਾਏ। ਜਿਹੜੇ ਸੱਚ ਨਾਲ ਜੁੜ ਗਏ, ਗੁਰੂ ਦੀ ਕਿਰਪਾ ਹੋਈ, ਅਕਾਲ ਪੁਰਖ ਵਿੱਚ ਅਭੇਦ ਕਰ ਦਿੱਤੇ ਗੁਰੂ ਨੇ। ਇੱਕ ਫਾਰਸੀ ਦਾ ਲਫ਼ਜ਼ ਹੈ ਬਾਣੀ ਵਿੱਚ, ਕੁਫਰ। ਗੋ ਕੁਫਰਾਣੈ ਪਿਆ ਦਜਸੀ। ਜਿਹੜਾ ਕੁਫਰ ਤੋਲੇਗਾ, ਜਿਹੜਾ ਝੂਠ ਬੋਲੇਗਾ, ਉਹ ਕਹਿੰਦੇ ਨੇ ਨਰਕ ਦੇ ਵਿੱਚ ਸੁੱਟਿਆ ਜਾਵੇਗਾ। ਦਜਸੀ, ਨਰਕ ਵਿੱਚ ਜਲੇਗਾ, ਉਹਨੂੰ ਨਰਕ ਹੀ ਪ੍ਰਾਪਤ ਹੋਵੇਗਾ। ਝੂਠਿਆਂ ਲਈ ਹੈਲ ਬਣਿਆ ਹੈ, ਨਰਕ ਬਣਿਆ ਹੋਇਆ ਹੈ। ਸੋ ਸੱਚ ਬੋਲਣ ਵਾਲੇ ਸੱਚੇ ਪਰਮ ਈਸ਼ਵਰ ਤੱਕ ਪਹੁੰਚਦੇ ਹਨ। ਆਪੇ ਸੱਚਾ ਬਖਸ਼ ਲਏ, ਫਿਰ ਹੋਏ ਨਾ ਫੇਰਾ ਰਾਮ। ਸੱਚਾ ਪਰਮ ਈਸ਼ਵਰ ਜੋ ਹੈ, ਉਹੀ ਜੇ ਬਖਸ਼ਿਸ਼ ਕਰੇ ਫਿਰ ਹੀ ਸੱਚ ਨਾਲ ਜੁੜਿਆ ਜਾਂਦਾ ਹੈ। ਬਖਸ਼ ਲਫ਼ਜ਼
ਫਾਰਸੀ ਦਾ ਹੈ, ਪਰਸ਼ੀਅਨ ਦਾ ਹੈ। ਇਹ ਬਖਸ਼ੀਦਨ ਦਾ ਅਮਰ, ਬਖਸ਼ਿਸ਼ ਦਾ ਸੰਖੇਪ ਹੈ। ਬਖਸ਼ਿਸ਼ ਦਾਤ ਨੂੰ ਕਹਿੰਦੇ ਨੇ। ਮਹਾਰਾਜ ਗੁਰੂ ਅਮਰਦਾਸ ਕਹਿੰਦੇ ਨੇ, ਪਰਮਾਤਮਾ ਕਿਰਪਾ ਕਰੇ, ਪਰਮਾਤਮਾ ਆਪਣੇ ਨਾਮ ਨਾਲ ਜੋੜ ਲਵੇ, ਫਿਰ ਸੰਸਾਰ ਸਾਗਰ ਤੇ ਫੇਰਾ ਨਹੀਂ ਪਵੇਗਾ। ਨਾਨਕ ਨਾਮ ਰਤੇ ਸੇ ਸਾਚ ਸਮਾਣੇ, ਬਹੁਰ ਨਾ ਭਵਜਲ ਫੇਰਾ। ਜਿਹੜੇ ਉਹਦੀ ਕਿਰਪਾ ਨਾਲ ਉਹਦੇ ਨਾਮ ਵਿੱਚ ਰੰਗੇ ਗਏ, ਉਹ ਇਸ ਭਵਜਲ ਤੇ ਫੇਰਾ ਨਹੀਂ ਪਾਉਂਦੇ ਹਨ। ਫਿਰ ਹੋਏ ਨਾ ਫੇਰਾ ਅੰਤ ਸਚ ਨਬੇੜਾ, ਗੁਰਮੁਖ ਮਿਲੈ ਵਡਿਆਈ। ਜੇ ਚਾਹੁੰਦੇ ਹੋ ਨਜ਼ਾਤ ਮਿਲੇ, ਗੁਰੂ ਦੀ ਸ਼ਰਨ ਆਓ। ਗੁਰੂ ਨਾਨਕ ਸਾਹਿਬ ਅਕਾਲ ਪੁਰਖ ਦੇ ਸਰਗੁਣ ਮੂਰਤ ਨੇ। ਆਪ ਨਾਰਾਇਣ ਕਲਾਧਾਰ ਜਗ ਮਹਿ ਪਰਵਰਿਓ। ਜਦੋਂ ਗੁਰੂ ਦੀ ਸ਼ਰਨ ਆ ਗਏ, ਸੱਚੀ ਬਾਣੀ ਦਾ ਉਪਦੇਸ਼ ਲਿਆ, ਸੱਚ ਨਾਲ ਜੁੜ ਗਏ, ਫਿਰ ਮਹਾਰਾਜ ਕਹਿੰਦੇ ਨੇ, ਜਦੋਂ ਇਹ ਸਵਾਸਾਂ ਦੀ ਪੂੰਜੀ ਮੁੱਕੀ, ਧਰਮ ਰਾਜੇ ਦੀ ਕਚਹਿਰੀ ਵਿੱਚ ਹਿਸਾਬ ਕਿਤਾਬ ਹੋਇਆ, ਅੰਤ ਸੱਚ ਨਬੇੜਾ। ਜਦੋਂ ਸਿੱਖ ਦੇ ਖਾਤੇ ਵਿੱਚ ਨਿਕਲਿਆ ਹੀ ਸੱਚ, ਕੁਫਰ ਹੋਇਆ ਹੀ ਨਾ, ਲੇਖਾ ਇਹਦਾ ਨਿਬੜ ਜਾਣਾ ਏ। ਤੇ ਮਹਾਰਾਜ ਆਖਣ ਲੱਗੇ, ਇਹਦਾ ਫੇਰਾ ਮਿਟੇਗਾ, 84 ਲੱਖ ਜੂਨ ਮਿਟੇਗੀ, ਗੁਰਮੁਖ ਮਿਲੈ ਵਡਿਆਈ, ਇਹਦੀ ਫਿਰ ਵਡਿਆਈ ਹੋਵੇਗੀ। ਪਿੱਛੇ ਤੇ ਹੋਣੀ ਹੈ, ਮਹਾਂਪੁਰਸ਼ ਚਲੇ ਜਾਂਦੇ ਨੇ ਦੁਨੀਆ ਤੋਂ, ਪਰ ਜੈ ਜੈਕਾਰ ਰਹਿੰਦੀ ਹੈ। ਸੰਤ ਅਤਰ ਸਿੰਘ ਹੁਣਾਂ ਦੀ ਜੈ ਜੈਕਾਰ ਹੈ। ਹੋਰ ਕਿਤਨੇ ਮਹਾਤਮਾ ਨੇ ਜਿਨ੍ਹਾਂ ਦਾ ਜਸ ਰਹਿੰਦਾ ਹੈ, ਔਰ ਦਰਗਾਹ ਵਿੱਚ ਵੀ ਉਹ ਜਸ ਖੱਟਦੇ ਨੇ। ਬਾਣੀ ਕਹਿੰਦੀ ਹੈ, ਜੋ ਸੱਚ ਰਾਤੇ ਤਿੰਨ ਬਹੁੜ ਨਾ ਫੇਰਾ। ਜਿਹੜੇ ਸੱਚ ਵਿੱਚ ਰੰਗੇ ਗਏ, ਨਾਨਕ ਨਾਮ ਦ੍ਰਿੜਾਏ ਪੂਰਾ ਗੁਰੂ ਮੇਰਾ। ਗੁਰੂ ਨੇ ਜਿਨ੍ਹਾਂ ਨੂੰ ਨਾਮ ਦ੍ਰਿੜ ਕਰਵਾਇਆ, ਉਹਨਾਂ ਦਾ ਫੇਰਾ ਮਿਟ ਜਾਂਦਾ ਹੈ। ਉਹਨਾਂ ਦੀ ਤਿੰਨਾਂ ਲੋਕਾਂ ਵਿੱਚ ਸ਼ੋਭਾ ਹੁੰਦੀ ਹੈ। ਨਾਨਕ ਨਾਮ ਮਿਲੈ ਵਡਿਆਈ, ਪੂਰੇ ਗੁਰ ਤੇ ਪਾਵਣਿਆਂ। ਨਾਮ ਦੀ ਕਿਰਪਾ ਨਾਲ, ਪੂਰੇ ਗੁਰੂ ਦੀ ਬਖਸ਼ਿਸ਼ ਨਾਲ ਉਹਨਾਂ ਮਹਾਂਪੁਰਸ਼ਾਂ ਦਾ ਨਾਮ ਅਮਰ ਹੋ ਜਾਂਦਾ ਹੈ। ਸਾਚੈ ਰੰਗ ਰਾਤੇ ਸਹਜੇ ਮਾਤੇ, ਸਹਜੇ ਰਹੇ ਸਮਾਏ। ਗੁਰੂ ਦੀ ਸ਼ਰਨ ਆਏ ਹੋਏ ਉਹ ਮਹਾਤਮਾ ਸੱਚ ਨਾਲ ਜੁੜਦੇ ਨੇ, ਸੱਚੇ ਦੇ ਰੰਗ ਵਿੱਚ ਰੰਗੇ ਜਾਂਦੇ ਨੇ। ਰੰਗ ਦਾ ਭਾਵ ਹੈ ਪ੍ਰੇਮ। ਜਦੋਂ ਪ੍ਰੇਮ ਵਿੱਚ ਉਹ ਰੰਗੇ ਗਏ, ਫਿਰ ਲਫ਼ਜ਼ ਹੈ ਸਹਿਜੇ ਮਾਤੇ। ਸਹਿਜ ਦਾ ਭਾਵ ਹੈ ਉਹ ਗਿਆਨ ਦੇ ਵਿੱਚ ਮਸਤ ਹੋ ਗਏ। ਫਿਰ ਹੈ ਸਹਿਜੇ ਰਹੇ ਸਮਾਈ। ਜਿਹੜੇ ਗਿਆਨ ਵਿੱਚ ਸ਼ਰਸਾਰ ਹੋ ਗਏ, ਉਹਨਾਂ ਦੇ ਜੀਵਨ ਵਿੱਚ ਸਹਿਜ ਪ੍ਰਗਟ ਹੋਇਆ, ਸ਼ਾਂਤੀ ਪ੍ਰਗਟ ਹੋਈ। ਉਹ ਸਹਿਜ ਵਿੱਚ, ਪਰਮਾਤਮਾ ਵਿੱਚ ਫਿਰ ਅਭੇਦ ਹੋ ਜਾਂਦੇ ਨੇ। ਉਹਨਾਂ ਨੂੰ ਮੁਕਤੀ ਮਿਲਦੀ ਹੈ, ਉਹਨਾਂ ਨੂੰ ਸਹਿਜ ਸਮਾਧ ਹਾਸਲ ਹੁੰਦੀ ਹੈ। ਸਹਿਜ ਸਮਾਧ ਲੱਗੀ ਲਿਵ ਅੰਤਰ, ਸੋ ਰਸ ਸੋਈ ਜਾਣੈ ਜੀਓ। ਸਹਿਜ ਸਮਾਧ ਦਾ ਮਤਲਬ ਹੈ ਇੱਕ ਰਸ ਸਮਾਧੀ। ਜਿੱਥੇ ਤਨ ਟਿਕਿਆ ਉੱਥੇ ਮਨ ਟਿਕਿਆ ਹੈ। ਇਹ ਬੜੇ ਵਿਰਲੇ ਮਹਾਤਮਾ ਨੇ ਜਿਨ੍ਹਾਂ ਨੂੰ ਨਸੀਬ ਹੁੰਦੀ ਹੈ। ਬਹੁਤੇ ਤੇ ਬਗਲ ਸਮਾਧੀ ਲਾਉਂਦੇ ਨੇ। ਤਨ ਕਿਤੇ ਹੁੰਦਾ ਤੇ ਮਨ ਕਿਤੇ ਹੁੰਦਾ ਹੈ, ਮਨ ਕਿਤੇ ਹੁੰਦਾ ਤੇ ਤਨ ਕਿਤੇ ਹੁੰਦਾ ਹੈ। ਸਹਿਜ ਦੇ ਨਾਲ ਜਿਨ੍ਹਾਂ ਨੂੰ ਪ੍ਰੇਮ ਹੈ, ਪਰਮੇਸ਼ਵਰ ਨਾਲ ਜਿਨ੍ਹਾਂ ਨੂੰ ਪ੍ਰੇਮ ਹੈ, ਉਹਨਾਂ ਨੂੰ ਐਸਾ ਨਾਮ ਦਾ ਰਸ ਆਉਂਦਾ ਹੈ, ਫਿਰ ਸਮਾਧੀ ਖੋਲਣ ਨੂੰ ਚਿੱਤ ਕਿੱਥੇ ਕਰਦਾ ਹੈ। ਜਿਵੇਂ ਆਪਾਂ ਨੂੰ ਪੈਸੇ 'ਚੋਂ ਰਸ ਆਉਂਦਾ ਨਾ, ਭਾਵੇਂ ਟਰੱਕ ਭਰ ਕੇ ਨੋਟਾਂ ਦਾ ਕੋਈ ਸਰਾਣੇ ਖਿਲਾਰ ਦਵੇ, ਮਰਦੇ ਮਰ ਜਾਈਏ ਗਿਣ ਕੇ ਹੀ ਹਟਾਂਗੇ, ਖਾਤੇ 'ਚ ਜੂ ਪਾਉਣੇ ਨੇ। ਮਾਇਆ ਦਾ ਰਸ ਹੈ, ਸਾਰਾ ਜੀਵਨ ਮਾਇਆ ਵਿੱਚ ਲਾ ਸਕਦੇ ਹਾਂ। ਸਾਧੂ ਨੂੰ ਨਾਮ ਦਾ ਰਸ ਹੈ, ਸਾਰਾ ਜੀਵਨ ਸਹਿਜ ਸਮਾਧੀ ਵਿੱਚ ਲਾ ਦਿੰਦਾ ਹੈ। ਦਰ ਸੱਚੈ ਸੱਚੀ ਵਡਿਆਈ, ਸਹਿਜੇ ਸੱਚ ਸਮਾਓ। ਫਿਰ ਜਿਹੜੇ ਸੱਚੇ ਨਾਲ ਪ੍ਰੇਮ ਕਰਦੇ ਨੇ,
ਸਹਿਜ ਵਿੱਚ ਅਭੇਦ ਹੁੰਦੇ ਨੇ, ਉਹਨਾਂ ਦੀ ਦੁਨੀਆ ਤੇ ਜੈ ਜੈਕਾਰ ਹੁੰਦੀ ਹੈ। ਸੱਚਾ ਮਨ ਪਾਇਆ ਸੱਚ ਵਸਾਇਆ, ਸ਼ਬਦ ਰਤੇ ਅੰਤ ਨਬੇਰਾ। ਗੁਰੂ ਦੇ ਸ਼ਬਦ ਵਿੱਚ ਜਿਹੜੇ ਰੰਗੇ ਗਏ, ਮਹਾਰਾਜ ਕਹਿੰਦੇ ਨੇ ਉਹਨਾਂ ਨੇ ਹੀ ਆਵਾਗਮਨ ਨੂੰ ਨਿਬੇੜਨਾ ਕੀਤਾ ਹੈ। ਗੁਰੂ ਦੇ ਸ਼ਬਦ ਦੇ ਰਾਹੀਂ ਪਰਮਾਤਮਾ ਦੀ ਕੀਮਤ ਦਾ ਪਤਾ ਚੱਲਦਾ ਹੈ। ਜਦੋਂ ਉਹਦੀ ਅਮੁੱਲੀ ਕੀਮਤ ਮਾਲਮ ਹੁੰਦੀ ਹੈ, ਉਹਦੇ ਗੁਣ ਮਾਲਮ ਹੁੰਦੇ ਨੇ, ਉਹਦੀ ਹਸਤੀ ਦਾ ਗਿਆਨ ਹੁੰਦਾ ਹੈ, ਉਹ ਸਾਡੇ ਮਨ ਨੂੰ ਫਿਰ ਬੜਾ ਚੰਗਾ ਲੱਗਦਾ ਹੈ। ਜਦੋਂ ਜ਼ੋਹਰੀ ਸਾਨੂੰ ਦੱਸ ਦੇਵੇ ਭਾਈ ਆ ਕੱਚ ਹੈ, ਇਹਦੀ ਕੀਮਤ ਹੀ ਕੋਈ ਨਹੀਂ, ਆ ਹੀਰਾ ਹੈ, ਇਹਦੀ ਕੀਮਤ ਬੜੀ ਹੈ, ਤੇ ਕੱਚ ਨਾ ਕੌਣ ਮੋਹ ਕਰੇਗਾ, ਫਿਰ ਹੀਰੇ ਦਾ ਹੀ ਮੋਹ ਹੈ ਨਾ। ਇੱਦਾਂ ਗੁਰੂ ਸੰਸਾਰ ਤੇ ਨਿਰੰਕਾਰ ਦਰਮਿਆਨ ਫਰਕ ਦਰਸਾ ਦਿੰਦਾ ਹੈ। ਸੰਸਾਰ ਕੱਚ ਨਜ਼ਰ ਹੀ ਆਉਂਦਾ ਹੈ, ਟੁੱਟ ਜਾਣ ਵਾਲਾ। ਨਿਰੰਕਾਰ ਹੀਰਾ ਹੈ। ਜਿਹੜੇ ਫਿਰ ਹੀਰੇ ਨਾਲ ਜੁੜ ਗਏ, ਉਹਨਾਂ ਦੀ ਵਡਿਆਈ ਹੀਰੇ ਵਰਗੀ ਹੈ, ਉਹਨਾਂ ਦਾ ਹੀ ਅੰਤ ਨੂੰ ਨਬੇੜਾ ਹੋਵੇਗਾ। ਸੱਚਾ ਉਹਨਾਂ ਨੂੰ ਭਾਇਆ, ਉਹਨਾਂ ਮਨ ਵਿੱਚ ਵਸਾਇਆ, ਫਿਰ ਉਹ ਮੁਕਤੀ ਹਾਸਲ ਕਰਦੇ ਹਨ। ਨਾਨਕ ਨਾਮ ਰਤੇ ਸੇ ਸੱਚ ਸਮਾਣੇ, ਬਾਹੁਰ ਨ ਭਵ ਜਲ ਫੇਰਾ। ਸੋ ਅਕਾਲ ਪੁਰਖ ਦੇ ਨਾਮ ਵਿੱਚ ਜਿਹੜੇ ਰੰਗੇ ਹੋਏ ਨੇ, ਉਹੀ ਸੱਚ ਸਰੂਪ ਅਕਾਲ ਪੁਰਖ ਦੇ ਵਿੱਚ ਸਮਾਏ ਨੇ। ਉਹਨਾਂ ਦਾ ਫਿਰ ਦੁਨੀਆ ਤੇ ਫੇਰਾ ਨਹੀਂ ਪੈਂਦਾ। ਉਹ ਇਸ ਭਵਜਲ ਤੇ ਵਾਰ-ਵਾਰ ਨਹੀਂ ਆਉਂਦੇ। ਭਵਜਲ ਮਿਥਿਆ ਪਦਾਰਥਾਂ ਦੀ ਹੋਂਦ ਦੇਖਣ ਵਿੱਚ ਜੋ ਸੱਚ ਹੈ, ਪਰ ਜਦੋਂ ਮੰਜੇ ਤੇ ਹੋਈਦਾ ਨਾ, ਜਮ ਕਾ ਡੰਡ ਮੂੰਡ ਮਹਿ ਲਾਗੈ, ਜਮ ਆਉਂਦੇ ਨੇ, ਉਦੋਂ ਏਦਾਂ ਹੱਥੋਂ ਸੰਸਾਰ ਛੁੱਟਦਾ ਹੈ ਜਿਵੇਂ ਰੇਤ ਦੇ ਕਿਣਕੇ ਹੁੰਦੇ ਨੇ। ਫਿਰ ਸਮਝ ਪੈਂਦੀ ਹੈ ਕੁਝ ਵੀ ਨਹੀਂ ਸੀ, ਇਹ ਸੁਪਨਾ ਹੀ ਸੀ। ਫਰਕ ਇੰਨਾ ਹੈ, ਜੋ ਰਾਤ ਸੁਪਨਾ ਆਇਆ ਉਹ ਮੀਟੀ ਆਖਦਾ ਸੀ, ਜੋ ਇਹ ਸੁਪਨਾ ਹੈ ਸੰਸਾਰ ਇਹ ਖੁੱਲੀ ਆਖਦਾ ਹੈ। ਸੱਚ ਦੋਵੇਂ ਹੀ ਨਹੀਂ ਹੁੰਦੇ। ਸੋ ਇਸ ਪ੍ਰਕਾਰ ਦੇ ਨਾਲ ਉਹ ਭਵਜਲ ਤੇ ਨਹੀਂ ਆਉਂਦੇ, ਕਿਉਂਕਿ ਉਹ ਕੁਫਰ ਨੂੰ ਛੱਡ ਕੇ ਸੱਚੇ ਪਰਮ ਈਸ਼ਵਰ ਦੇ ਵਪਾਰੀ ਬਣ ਜਾਂਦੇ ਹਨ। ਮਾਇਆ ਮੋਹ ਸਭ ਬਰਲ ਹੈ, ਦੂਜੈ ਭਾਏ ਖੁਆਈ RAM। ਗੁਰੂ ਅਮਰਦਾਸ ਪਾਤਸ਼ਾਹ ਬਚਨ ਕਰਦੇ ਨੇ, ਕਹਿੰਦੇ ਜਿਹੜਾ ਮਾਇਆ ਦਾ ਮੋਹ ਹੈ, ਇਹ ਮਾਇਆ ਜਿਤ ਹਰ ਵਿਸਰੈ, ਮੋਹ ਉਪਜੈ ਭਾਉ ਦੂਜਾ ਲਾਇਆ। ਇਹ ਮਾਇਆ ਦੀ ਡੈਫੀਨੇਸ਼ਨ ਹੈ। ਤੇਰੇ ਅਤੇ ਪਰਮਾਤਮਾ ਦੇ ਗੁਰੂ ਦੇ ਦਰਮਿਆਨ ਕੋਈ ਵੀ ਦੀਵਾਰ ਹੈ, ਉਹਨੂੰ ਮਾਇਆ ਕਿਹਾ ਹੈ। ਚਾਹੇ ਕਾਰੋਬਾਰ ਵਿੱਚ ਇੰਨਾ ਰੁੱਝ ਗਿਆ, ਗੁਰੂ ਘਰ ਛੱਡ ਦਿੱਤਾ, ਇਹ ਕਾਰੋਬਾਰ ਵੀ ਮਾਇਆ ਬਣ ਗਿਆ। ਚਾਹੇ ਗ੍ਰਸਤ ਵਿੱਚ ਰੁੱਝ ਗਿਆ, ਗੁਰੂ ਘਰ ਛੱਡ ਦਿੱਤਾ, ਅਕਾਲ ਪੁਰਖ ਦਾ ਨਾਮ ਛੱਡ ਦਿੱਤਾ, ਇਹ ਗ੍ਰਸਤ ਵੀ ਮਾਇਆ ਬਣ ਗਿਆ। ਪੈਸਾ ਗਿਣਨ ਵਿੱਚ ਰੁੱਝ ਗਿਆ, ਤਿਆਗ ਦਿੱਤਾ ਅਕਾਲ ਪੁਰਖ ਨੂੰ, ਨਿਤਨੇਮ ਨਹੀਂ ਕਰਦਾ, ਵਾਹਿਗੁਰੂ ਵਾਹਿਗੁਰੂ ਨਹੀਂ ਜਪਦਾ, ਇਹ ਕਾਰੋਬਾਰ, ਇਹ ਮਾਇਆ, ਇਹ ਪੈਸਾ ਜੋ ਕੰਧ ਤੇਰੇ ਤੇ ਗੁਰੂ ਦਰਮਿਆਨ ਬਣ ਗਈ। ਮਹਾਰਾਜ ਕਹਿੰਦੇ ਨੇ ਇਹ ਜਿਹੜਾ ਮਾਇਆ ਦਾ ਰੂਪ ਹੈ, ਇਹਨੇ ਬਹੁਤਿਆਂ ਦੇ ਜੀਵਨ ਬਰਬਾਦ ਕੀਤੇ ਨੇ। ਮਾਇਆ ਦਾ ਜਿਹੜਾ ਮੋਹ ਹੈ ਨਾ, ਉਹ ਬਰਲ ਪੈਦਾ ਕਰਦਾ ਹੈ। ਬਰਲ ਦਾ ਭਾਵ ਹੁੰਦਾ ਹੈ ਸ਼ੁਦਾਈ ਹੋ ਜਾਣਾ, ਪਾਗਲ ਹੋ ਜਾਣਾ। ਮਾਇਆ ਵਾਕਿਆ ਹੀ ਪਾਗਲ ਕਰ ਦਿੰਦੀ ਹੈ। ਅੰਤਰ ਲੋਭ ਫਿਰ ਹੈ ਹਲਕਾਏ। ਮਾਇਆ ਵਿੱਚ ਪਾਗਲ ਹੋਏ ਬੰਦੇ ਨੂੰ ਹਲਕਾਏ ਕੁੱਤੇ ਵਰਗਾ ਕਿਹਾ ਬਾਣੀ ਨੇ। ਜਿਹੜਾ ਕੁੱਤਾ ਹਲਕ ਜਾਵੇ, ਤੁਸੀਂ ਧਿਆਨ ਦਿਓ, ਜਿਹੜਾ ਮਾਲਕ ਹੱਡੀ ਪਾਉਂਦਾ ਉਹਨੂੰ ਹੀ ਵੱਢ ਲੈਂਦਾ। ਮਾਇਆ ਦਾ ਲੋਭ ਐਸਾ ਹੈ, ਵੱਡੇ ਵੱਡੇ ਬਾਦਸ਼ਾਹ ਆਪਣੇ ਬਾਪ ਦਾ ਸਿਰ ਕੁਚਲ ਕੇ ਹੀ ਤਖਤ ਤੇ ਬੈਠੇ ਨੇ। ਚਾਹੇ ਉਹ ਸ਼ਾਹਜਹਾਨ ਤੋਂ ਬਾਅਦਾ ਔਰੰਗਜ਼ੇਬ ਹੈ, ਤੇ ਚਾਹੇ ਹੋਰ ਦੁਨੀਆ ਦੇ ਬਾਦਸ਼ਾਹ ਹੋਏ ਨੇ। ਲੋਭ ਵਿੱਚ ਬੰਦਾ ਹਲਕ ਕੇ ਆਪਣਿਆਂ ਨੂੰ ਹੀ ਵੱਢ ਲੈਂਦਾ ਹੈ। ਸੋ ਮਹਾਰਾਜ ਕਹਿੰਦੇ ਜਿਹੜਾ ਮਾਇਆ ਦਾ ਲੋਭ ਹੈ, ਮਾਇਆ ਦਾ ਮੋਹ ਹੈ, ਮਾਇਆ ਦੀ ਪਕੜ ਹੈ, ਇਹ ਇਨਸਾਨ ਤੈਨੂੰ
ਛੁਦਾਈ ਕਰ ਦਵੇਗੀ। ਦੂਸਰੇ ਭਾਏ ਵਿੱਚ ਤੂੰ ਲੱਗਿਆ, ਦਵੈਸ਼ ਵਿੱਚ। ਦੂਜਾ ਕੌਣ ਹੈ? ਪਰਮਾਤਮਾ ਤੋਂ, ਮਾਇਆ, ਸੰਸਾਰ। ਜੋ ਸੰਸਾਰ ਵਿੱਚ ਗਲਤਾਨ ਹੋ ਗਏ, ਅਖੀਰ ਨੂੰ ਖੁਆਈ ਰਾਮ, ਉਹ ਖੁਆਰ ਹੀ ਹੋਣਗੇ। ਉਹ ਭੁੱਲੇ ਹੋਏ ਨਰਕਾਂ ਵਿੱਚ ਹੀ ਜਾਂਦੇ ਨੇ, ਉਹਨਾਂ ਨੂੰ ਮੁਕਤੀ ਨਹੀਂ ਮਿਲਦੀ। ਮਾਤਾ ਪਿਤਾ ਸਭ ਹੇਤ ਹੈ, ਹਿਤੇ ਪਲ ਚਾਈ ਰਾਮ। ਕੁਝ ਸੰਸਾਰ ਦੇ ਅੰਦਰ ਮਾਤਾ ਪਿਤਾ ਦਾ ਬੜਾ ਮੋਹ ਕਰਦੇ ਨੇ, ਮੋਹ ਦੇ ਵਿੱਚ ਡੁੱਬੇ ਰਹਿੰਦੇ ਨੇ, ਮੋਹ ਦੇ ਵਿੱਚ ਪਲਚ ਰਹੇ ਨੇ। ਪਲਚਾਈ ਦਾ ਮਤਲਬ ਹੈ ਖਚਿਤ ਹੋ ਜਾਣਾ। ਇਹ ਵੀ ਅਕਾਲ ਪੁਰਖ ਦੇ ਹੁਕਮ ਵਿੱਚ ਹੀ ਮੋਹ ਅੰਦਰ ਜਕੜੇ ਹੋਏ ਨੇ। ਸੰਸਾਰ ਵਿੱਚ ਕੋਈ ਫਸਿਆ ਹੈ, ਕੋਈ ਪਰਿਵਾਰ ਵਿੱਚ ਫਸਿਆ ਹੈ, ਕੋਈ ਪਦਾਰਥਾਂ ਵਿੱਚ ਫਸਿਆ ਹੋਇਆ ਹੈ। ਹਿਤੇ ਪਲ ਚਾਈ ਪੁਰਬ ਕਮਾਈ, ਮੇਟ ਨ ਸਕੈ ਕੋਈ। ਇੱਥੇ ਪੁਰਬ ਲਫ਼ਜ਼ ਹੈ, ਪੂਰਬ ਕਾਲ ਤੋਂ ਜੋ ਪਹਿਲਾਂ ਕੀਤੇ ਕਰਮ ਨੇ। ਮਹਾਰਾਜ ਕਹਿੰਦੇ ਕੋਈ ਕਰਮਾਂ ਦਾ ਲੈਣਾ ਦੇਣਾ ਹੈ। ਜੋ ਸੰਸਾਰ ਦਾ ਮੋਹ ਖਹਿੜਾ ਨਹੀਂ ਛੱਡ ਰਿਹਾ, ਔਰ ਜਿਹੜੇ ਪੂਰਬਲੇ ਕਰਮ ਨੇ, ਮਹਾਰਾਜ ਕਹਿੰਦੇ ਉਹ ਮਿਟਦੇ ਨਹੀਂ, ਉਹ ਭੋਗਣੇ ਹੀ ਪੈਂਦੇ ਹਨ। ਪੂਰਬਲੇ ਕਰਮਾਂ ਕਰਕੇ ਜੋ ਵਾਸ਼ਨਾ ਹੈ ਮਾਇਆ ਦੀ, ਇਧਰ ਨੂੰ ਬੰਦਾ ਲੱਗਾ ਹੋਇਆ ਹੈ। ਨਿਰੰਕਾਰ ਦਾ ਮੋਹ ਇਹਦੇ ਅੰਦਰ ਪੈਦਾ ਨਹੀਂ ਹੁੰਦਾ। ਜਿਨ ਸ੍ਰੇਸ਼ਟ ਸਾਜੀ ਸੋ ਕਰ ਵੇਖੈ, ਤਿਸ ਜੇ ਵਡ ਅਵਰ ਨਾ ਕੋਈ। ਅਕਾਲ ਪੁਰਖ ਨੇ ਸ੍ਰਿਸ਼ਟੀ ਸਾਜੀ ਹੈ, ਉਹਨੇ ਹੀ ਇਹ ਦੋਵੇਂ ਪੱਖ ਪੈਦਾ ਕੀਤੇ ਨੇ। ਕੁਝ ਸੰਸਾਰ ਦਾ ਮੋਹ ਕਰਦੇ ਨੇ, ਕੁਝ ਨਿਰੰਕਾਰ ਦਾ ਮੋਹ ਕਰਦੇ ਨੇ। ਕੁਝ ਗਿਆਨੀ ਨੇ, ਕੁਝ ਅਗਿਆਨੀ ਨੇ। ਹੁਣ ਤੁਸੀਂ ਆਖੋਗੇ ਇਹ ਗੱਲ ਸਮਝ ਨਹੀਂ ਆਉਂਦੀ, ਪਿਛਲੇ ਕਰਮ ਕਿੱਦਾਂ, ਇਹ ਮੋਹ ਮਾਇਆ, ਇਹ ਵਾਸ਼ਨਾ, ਇਹ ਸੰਸਾਰ ਦਾ ਮੋਹ, ਇਹ ਨਿਰੰਕਾਰ ਦਾ ਮੋਹ, ਜੇ ਸਭ ਕੁਝ ਉਹਦੇ ਹੁਕਮ ਵਿੱਚ ਹੈ ਤੇ ਬੰਦਾ ਦੋਸ਼ੀ ਕਿਉਂ ਹੈ? ਯਾਦ ਰੱਖਿਓ, ਵਾਸ਼ਨਾ ਅਨੁਸਾਰ ਚਲਾਉਂਦਾ ਸਭ ਨੂੰ ਉਹੀ ਹੈ, ਸਮਾਇਆ ਸਾਰਿਆਂ ਵਿੱਚ ਉਹ ਹੈ। ਅੱਛਾ, ਸਰਕਾਰ ਇਹ ਤੇ ਕਹਿ ਦਿੰਦੀ ਹੈ ਵੀ ਫਲਾਨੀ ਫਲਾਨੀ ਫਸਲ ਬੀਜੋ, ਤੁਹਾਨੂੰ ਮੰਡੀ ਵਿੱਚ ਰੇਟ ਮਿਲੇਗਾ। ਫਸਲ ਆਪਾਂ ਸਾਰੇ ਬੀਜ ਦਿੰਨੇ ਆ। ਕਈ ਵਾਰ ਹੁੰਦਾ ਕੀ ਹੈ, ਫਸਲ ਇੱਕ ਜੈਸੀ ਹੁੰਦੀ ਹੈ, ਸਿੰਚਾਈ ਦਵਾਈ ਇੱਕ ਜੈਸੀ ਪਾਉਨੇ ਆ, ਪਰ ਜਦੋਂ ਮੰਡੀ ਲੈ ਕੇ ਜਾਂਦੇ ਆ, ਕਿਸੇ ਦਾ ਫਲ ਵੱਧ ਜਾਂਦਾ, ਕਿਸੇ ਦਾ ਘਟ ਜਾਂਦਾ, ਕਿਸੇ ਦਾ ਰੇਟ ਥੋੜਾ ਲੱਗਦਾ, ਕਿਸੇ ਦਾ ਬਹੁਤਾ ਲੱਗਦਾ ਹੈ। ਉੱਥੇ ਸਰਕਾਰ ਸੁਰਖਰੂ ਹੋ ਜਾਂਦੀ ਹੈ, ਭਾਈ ਤੂੰ ਬੀਜਿਆ ਹੈ, ਤੂੰ ਵੱਢਿਆ ਹੈ, ਤੂੰ ਹੀ ਕਮਾ ਰਿਹਾ ਹੈ। ਹੁਕਮ ਸਰਕਾਰ ਦੇ ਵਿੱਚ ਹੀ ਫਸਲ ਬੀਜੀ ਗਈ ਸੀ। ਨਿਰੰਕਾਰ ਦੇ ਹੁਕਮ ਵਿੱਚ ਜੀਵਨ ਬਤੀਤ ਕਰਦੇ ਆ, ਕਰਮ ਕਰਦੇ ਆ, ਉਹਦੇ ਹੁਕਮ ਵਿੱਚ ਚੱਲਦੇ ਆ। ਜਦੋਂ ਲੇਖਾ ਜੋਖਾ ਹੁੰਦਾ ਹੈ, ਉਹ ਫਲ ਪ੍ਰਦਾਤਾ ਹੈ, ਉਹ ਆਪ ਲਹਿਦਾ ਹੋ ਜਾਂਦਾ, ਸੁਰਖਰੂ ਹੋ ਜਾਂਦਾ। ਭੋਗਣਾ ਸਾਨੂੰ ਹੀ ਪੈਂਦਾ ਹੈ, ਕਮਾਈ ਸਾਨੂੰ ਹੀ ਖਾਣੀ ਪੈਂਦੀ ਹੈ, ਮੰਦੀ ਹੈ ਜਾਂ ਚੰਗੀ ਹੈ। ਬਾਕੀ ਇਹਦੀ ਡੂੰਘਾਈ ਵਿੱਚ ਜਿੰਨੇ ਚਾਹੇ ਉਤਰ ਜਾਓ, ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਕੋਈ ਅਸਲ ਵਿੱਚ ਇਹਦਾ ਜਵਾਬ ਨਹੀਂ ਦੇ ਸਕਦਾ ਵੀ ਇਹ ਕੀ ਤਮਾਸ਼ਾ ਲਾਇਆ ਹੋਇਆ ਹੈ ਪ੍ਰਮਾਤਮਾ ਨੇ, ਕਿਉਂ ਐਸਾ ਕਰਦਾ ਹੈ। ਗੁਰੂ ਨਾਨਕ ਸਾਹਿਬ, ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਪਰਮਾਤਮਾ ਲਈ ਦੁਨੀਆ ਤਮਾਸ਼ਾ ਹੈ, ਹੁਕਮ ਨਾ ਕਹਿਆ ਜਾਈ। ਉਹਦਾ ਹੁਕਮ ਇਸ ਤਰ੍ਹਾਂ ਕਿਉਂ ਚੱਲਦਾ ਹੈ? ਕਿਉਂ ਉਹ ਆਪ ਕਰਮ ਕਰਮਾਉਂਦਾ ਹੈ? ਕਿਉਂ ਉਹ ਸਜ਼ਾ ਦੇ ਟਾਈਮ ਆਪ ਸੁਰਖਰੂ ਹੈ, ਬੰਦੇ ਨੂੰ ਹੀ ਸਜ਼ਾ ਦਿੰਦਾ ਹੈ? ਚੰਗਾ ਕਿਉਂ ਕਰਵਾਉਂਦਾ ਹੈ, ਮੰਦਾ ਕਿਉਂ ਕਰਵਾਉਂਦਾ ਹੈ? ਇਹ ਚੰਗੀ ਮੰਦੀ ਵਾਸ਼ਨਾ ਅਨੁਸਾਰ ਜਿਹੜੇ ਕਰਮ ਕਰਾਏ, ਵਾਸ਼ਨਾ ਪੈਦਾ ਕਿਵੇਂ ਹੁੰਦੀ ਹੈ? ਕਿਹੜੇ ਪੁਰਬਲੇ ਕਰਮ ਨੇ? ਅਸਲ ਵਿੱਚ ਕੋਈ ਨਹੀਂ ਦੱਸ ਸਕਦਾ। ਆਪੋ ਆਪਣਾ ਅਸੀਂ ਗਿਆਨ ਚੁੱਕੀ ਫਿਰਦੇ ਹਾਂ, ਆਪੋ ਆਪਣੀਆਂ ਸਾਡੀਆਂ ਚੁੱਭੀਆਂ ਨੇ। ਕੋਈ ਸਾਗਰ ਚੋਂ ਝੱਗ ਜੋਗਾ ਹੀ ਹੈ, ਕੋਈ ਹੀਰੇ ਕੱਢ ਲਿਆਉਂਦਾ ਹੈ। ਅਸਲ ਅੰਤ ਉਹਦੇ ਹੁਕਮ ਦਾ ਕੋਈ ਅੱਜ ਤੱਕ ਨਾ ਪਾ ਸਕਿਆ ਹੈ, ਨਾ ਪਾ ਸਕੇਗਾ। ਦੁਨੀਆ ਉਹਦੇ ਲਈ ਤਮਾਸ਼ਾ ਹੈ, ਉਹਦੇ ਵਰਗਾ ਕੋਈ ਦੁਨੀਆ ਦੇ ਉੱਤੇ ਦੂਸਰਾ ਨਹੀਂ ਹੈ। ਮਹਾਰਾਜ ਕਹਿੰਦੇ ਬਸ ਉਹ ਬੱਚਿਆਂ ਦੀ ਨਿਆਈ ਦੁਨੀਆ ਨਾਲ ਖੇਡਦਾ ਹੈ, ਜਿਵੇਂ ਬੱਚੇ ਸਾਗਰ ਦੇ ਕੰਢੇ ਰੇਤਾ ਦਾ ਮਹਿਲ ਬਣਾ ਕੇ
ਉਸਾਰ ਕੇ ਫਿਰ ਢਾ ਦਿੰਦੇ ਨੇ, ਫਿਰ ਬਣਾ ਲੈਂਦੇ ਨੇ। ਇਦੋਂ ਵੱਧ ਕੇ ਦੁਨੀਆ ਉਹਦੇ ਲਈ ਕੁਝ ਨਹੀਂ ਹੈ। ਤਮਾਸ਼ਾ ਕਿਉਂ ਕਰਦਾ ਹੈ ਉਹ ਆਪ ਹੀ ਜਾਣਦਾ ਹੈ। ਸੋ ਇਹ ਸ੍ਰਿਸ਼ਟੀ ਨੂੰ ਸਾਜਣ ਵਾਲਾ ਪਰਮ ਈਸ਼ਵਰ ਆਪ ਹੀ ਲੇਖਾਂ ਦੇ ਵਿੱਚ ਸਾਨੂੰ ਪਾ ਕੇ ਕਰਮਗਤ ਭੁਗਤਾ ਕੇ ਕਿਧਰੇ ਚੰਗਾ ਫਲ ਬਖਸ਼ਦਾ ਹੈ, ਕਿਧਰੇ ਸਜ਼ਾ ਦਿੰਦਾ ਹੈ। ਮਨ ਮੁਖ ਅੰਦਾ ਤਪ ਤਪ ਖਪੈ, ਬਿਨ ਸ਼ਬਦੈ ਸਾਤ ਨਾ ਆਈ। ਆਪ ਹੀ ਮਨ ਮੁਖਾਂ ਨੂੰ ਉਹ ਮਾਇਆ ਵਿੱਚ ਲਾ ਕੇ ਤਪਾ ਰਿਹਾ ਹੈ। ਜਿਹੜੇ ਮਾਇਆ ਦਾ ਬਹੁਤਾ ਮੋਹ ਕਰਦੇ ਨੇ ਉਹ ਤਪਦੇ ਵੀ ਬੜਾ ਨੇ। ਦੇਖੋ, ਇੱਕ ਬੰਦਾ ਸੰਤੋਖ ਵਿੱਚ ਹੈ, ਜੋ ਮਿਲਿਆ ਅਕਾਲ ਪੁਰਖ ਦੇ ਹੁਕਮ ਵਿੱਚ ਉਹ ਆਨੰਦਿਤ ਜੀਵਨ ਬਤੀਤ ਕਰੇਗਾ। ਇੱਕ ਬੰਦਾ ਮਾਇਆ ਵਿੱਚ ਗਲਤਾਨ ਰਹਿੰਦਾ ਹੈ। ਇੱਕ ਆਸ ਹੁੰਦੀ ਹੈ ਮੈਨੂੰ ਇੰਨੇ ਕਰੋੜ ਦਾ ਨਫਾ ਹੋਣਾ ਹੈ, ਜਦੋਂ ਨਹੀਂ ਹੁੰਦਾ 10-20 ਲੱਖ ਘਟ ਜਾਵੇ ਤੇ ਤਪਦਿਆਂ ਹੀ ਰਾਤ ਲੰਘਦੀ ਹੈ, ਚਿੰਤਾ ਵਿੱਚ ਹੀ ਰਾਤ ਲੰਘਦੀ ਹੈ। ਮਨਮੁਖ ਬੰਦਾ ਮਾਇਆ ਵਿੱਚ ਲੱਗ ਕੇ ਸੰਮਕ ਤਪਦਾ ਹੈ, ਡਿਪਰੈਸ਼ਨ ਵਿੱਚ ਰਹਿੰਦਾ ਹੈ, ਚਿੰਤਾਵਾਂ ਵਿੱਚ ਖਪਦਾ ਹੈ। ਗੁਰਮੁਖ ਬੰਦਾ ਸ਼ਬਦ ਜਲ ਲੈ ਕੇ ਤ੍ਰਿਸ਼ਨਾ ਦੀ, ਮਾਇਆ ਦੀ, ਚਿੰਤਾ ਦੀ ਅੱਗ ਨੂੰ ਬੁਝਾ ਲੈਂਦਾ ਹੈ। ਗੁਰਮੁਖਾਂ ਨੂੰ ਹੀ ਸ਼ਾਂਤ ਹਾਸਲ ਹੁੰਦੀ ਹੈ। ਗੁਰਮੁਖ ਹੀ ਆਨੰਦ ਦੇ ਵਿੱਚ ਜੀਵਨ ਬਤੀਤ ਕਰਦੇ ਨੇ। ਮਨਮੁਖ ਤੇ ਖਪਦਿਆਂ ਹੀ ਜੀਵਨ ਆਪਣਾ ਲੰਘਾ ਲੈਂਦੇ ਨੇ। ਗੁਰਮੁਖਾਂ ਨੂੰ ਹੀ ਸ਼ਾਂਤੀ ਨਸੀਬ ਹੁੰਦੀ ਹੈ, ਗੁਰਮੁਖਾਂ ਨੂੰ ਹੀ ਸੰਤੋਖ ਹਾਸਲ ਹੁੰਦਾ ਹੈ। ਨਾਨਕ ਬਿਨ ਨਾਵੈ ਸਭ ਕੋਈ ਭੁੱਲਾ, ਮਾਇਆ ਮੋਹਿ ਖੁਆਈ। ਲੋਕ ਸ਼ਬਦ ਨਾਲ ਨਹੀਂ ਜੁੜੇ, ਗੁਰੂ ਦੇ ਚਰਨੀ ਨਹੀਂ ਲੱਗੇ, ਨਾਮ ਦਾ ਅਭਿਆਸ ਨਹੀਂ ਕਰਦੇ। ਗੁਰੂ ਦਾ ਸ਼ਬਦ ਹੀ ਜੀਵਨ ਜਾਚ ਸਿਖਾਵੇਗਾ, ਗੁਰੂ ਦਾ ਸ਼ਬਦ ਹੀ ਹੰਕਾਰ ਵੱਲੋਂ ਮਰਨਾ ਸਿਖਾਵੇਗਾ, ਗੁਰੂ ਦਾ ਸ਼ਬਦ ਹੀ ਦੀਨ ਦੀ ਖਾਤਰ ਜੂਝਣਾ ਸਿਖਾਵੇਗਾ, ਗੁਰੂ ਦਾ ਸ਼ਬਦ ਹੀ ਡਿਪਰੈਸ਼ਨ ਦੂਰ ਕਰੇਗਾ, ਰੋਗ ਸੋਗ ਮਿਟਾਵੇਗਾ। ਪਰ ਅਸੀਂ ਨਾਮ ਵੱਲੋਂ ਭੁੱਲੇ ਰਹਿੰਦੇ ਆ, ਮਾਇਆ ਵਿੱਚ ਗਲਤਾਨ ਰਹਿੰਦੇ ਆ, ਸੰਸਾਰ ਦੀ ਪਕੜ ਛੱਡਦੇ ਨਹੀਂ, ਗੁਰੂ ਦੇ ਸ਼ਬਦ ਦੀ ਪਕੜ ਸਾਡੇ ਅੰਦਰ ਵੱਜਦੀ ਨਹੀਂ। ਖੁਆਈ ਤੋਂ ਭਾਵ ਹੈ ਜਦੋਂ ਨਾਮ ਰਾਹੀਂ ਸੱਚ ਦਾ ਰਸਤਾ ਨਾ ਹਾਸਲ ਕਰ ਸਕੇ ਤੇ ਅਸੀਂ ਖੁਆਰ ਹੋਏ, ਖੁੰਝ ਗਏ। ਪਰਮਾਤਮਾ ਦੀ ਪ੍ਰਾਪਤੀ ਵਾਲਾ ਰਸਤਾ ਸਾਨੂੰ ਮਾਲੂਮ ਨਾ ਹੋਇਆ। ਇਹੋ ਜਗ ਜਲਤਾ ਦੇਖ ਕੇ, ਭਜ ਪਏ ਹਰ ਸਰਣਾਈ ਰਾਮ। ਜਦੋਂ ਵੇਖਿਆ ਨਾ ਨਾਨਕ ਦੁਖੀਆ ਸਭ ਸੰਸਾਰ, ਜਗਤ ਦੇ ਵਿੱਚ ਦੁੱਖ ਹੀ ਦੁੱਖ ਹੈ। ਜਗਤ ਸੰਮੁਖ ਤਪ ਰਿਹਾ ਹੈ, ਚਿੰਤਾ ਦੇ ਵਿੱਚ ਹੈ, ਕੁਝ ਰੋਗ ਵਿੱਚ ਨੇ, ਕਈਆਂ ਨੂੰ ਡਿਪਰੈਸ਼ਨ ਸਤਾ ਰਿਹਾ ਹੈ। ਸੰਸਾਰ ਸਾਗਰ ਜਲਦਾ ਵੇਖ ਕਰਕੇ ਅਸੀਂ ਗੁਰੂ ਪਰਮੇਸ਼ਰ ਦੀ, ਹਰੀ ਜੋ ਹਰਿਆਂ ਭਰਿਆਂ ਕਰਨ ਵਾਲਾ ਹੈ, ਜੋ ਸਾਡੇ ਰੋਗ ਹਰੇਗਾ, ਸੋਗ ਹਰੇਗਾ, ਉਹਦੀ ਸ਼ਰਨ ਅਸੀਂ ਜਾਣਾ ਕੀਤਾ ਹੈ। ਅਰਦਾਸ ਕਰੀ ਗੁਰ ਪੂਰੇ ਆਗੈ, ਰਖ ਲੇਵੋ ਦੇਹ ਵਡਾਈ ਰਾਮ। ਅਰਦਾਸ ਸਿੱਖ ਸਿਧਾਂਤ ਦਾ ਮੂਰਲਾ ਅੰਗ ਹੈ, ਪਹਿਲਾ ਅੰਗ। ਇਹ ਬੜਾ ਜ਼ਰੂਰੀ ਹੈ। ਜੇ ਸੰਸਕ੍ਰਿਤ ਵਿੱਚ ਇਹਦੇ ਅਰਥ ਕਰੋ, ਅਰਧ ਆਸ, ਦੋ ਲਫ਼ਜ਼ਾਂ ਦਾ ਮੇਲ ਹੈ। ਅਰਧ ਦਾ ਮਤਲਬ ਹੈ ਮੰਗਣਾ, ਆਸ ਦਾ ਮਤਲਬ ਹੈ ਆਸ਼ਾ ਕਰਨੀ, ਮੁਰਾਦ ਮੰਗਣ ਦੀ ਕਿਰਿਆ। ਜੇ ਫਾਰਸੀ ਵਿੱਚ ਚਲੇ ਜਾਓ, ਅਰਜ਼ਦਾਸ਼ਤ, ਅਰਜ਼ ਕਰਨੀ, ਮੰਗਣਾ, ਪ੍ਰਾਰਥਨਾ ਕਰਨੀ, ਵਿਨੈ ਕਰਨੀ। ਤੂੰ ਸਿੱਖਾ ਨਾਮ ਜਪੇ, ਤੂੰ ਬਾਣੀ ਪੜ੍ਹੇ, ਤੂੰ ਕੋਈ ਵੀ ਕਰਮ ਕਰੇ, ਅਰਦਾਸ ਜ਼ਰੂਰ ਕਰਨੀ ਹੈ। ਆਰੰਭਤਾ ਤੇ ਵੀ, ਸਮਾਪਤੀ ਤੇ ਵੀ। ਕਈ ਵਾਰ ਅਰਦਾਸ ਜਿਹੜੀ ਹੈ ਨਾ, ਉਹ ਅਭਿਆਸ ਨਾਲੋਂ ਵੱਧ ਕਾਰਗਰ ਸਾਬਤ ਹੁੰਦੀ ਹੈ, ਕਿਉਂਕਿ ਕਈ ਅਭਿਆਸ ਦਾ ਅਹੰਕਾਰ ਲੈ ਬਹਿੰਦੇ ਨੇ। ਅਸੀਂ ਬੜਾ ਨਾਮ ਜਪਿਆ, ਉਹ ਜਿੱਥੇ ਅਸੀਂ ਆ ਗਿਆ, ਮੈਂ ਆ ਗਈ, ਹਰ ਜੀਓ ਹੰਕਾਰ ਨਾ
ਭਾਵਈ ਅਰਦਾਸ ਇੱਕ ਤਰਲਾ ਹੈ ਅਕਾਲ ਪੁਰਖ। ਯਤਨ ਕਰਦੇ ਆ ਨਾਮ ਜਪਣ ਦਾ, ਮਨ ਨਹੀਂ ਲੱਗਦਾ। ਤੂੰ ਲਗਾ ਦੇ, ਤੂੰ ਕਿਰਪਾ ਕਰ ਦੇ, ਨਾਮ ਝੋਲੀ ਪਾ ਦੇ। ਸ਼ੇਖ ਫਰੀਦਾ ਖੈਰ ਦੀਜੈ, ਬੰਦਗੀ ਕਿਰਪਾ ਕਰ, ਬੰਦਗੀ ਕਰਨ ਦੀ ਜਾਚ ਆ ਜਾਵੇ, ਸਾਨੂੰ ਨਜ਼ਾਤ ਮਿਲੇ। ਅਰਦਾਸ ਪ੍ਰਵਾਨ ਹੋ ਜਾਂਦੀ ਹੈ। ਜਿਵੇਂ ਬੰਦੇ ਦਾ ਸੁਭਾਅ ਨਾ, ਜੇ ਬੰਦੇ ਨੂੰ ਕੋਈ ਰੋਬ ਨਾਲ ਆਖੇ ਤੇ ਉਹ ਆਖੇ ਨਹੀਂ ਲੱਗੇਗਾ, ਤਰਲਾ ਲਵੇ ਤੇ ਝੱਟ ਮੰਨ ਲੈਂਦਾ ਹੈ। ਅਕਾਲ ਪੁਰਖ ਦਾ ਐਸਾ ਸੁਭਾਅ ਹੈ, ਤਰਲੇ ਲੈਣ ਵਾਲਿਆਂ ਤੇ ਕਿਰਪਾ ਕਰ ਦਿੰਦਾ ਹੈ। ਦੁੱਧ ਵੀ ਮਾਂ ਉਸੇ ਬੱਚੇ ਨੂੰ ਦਿੰਦੀ ਹੈ ਜਿਹੜਾ ਰੋਂਦਾ ਹੈ। ਅਰਦਾਸ ਕਰਨੀ ਸਿੱਖੋ, ਤਰਲਾ ਲੈਣਾ ਸਿੱਖੋ। ਅਰਦਾਸ ਸੁਣੀ ਭਗਤ ਆਪਣੇ ਕੀ, ਉਹ ਜ਼ਰੂਰ ਸੁਣਦਾ ਹੈ। ਮਹਾਰਾਜ ਕਹਿੰਦੇ ਭਾਈ ਅਰਦਾਸ ਕਰਿਆ ਕਰ ਆਪਣੇ ਗੁਰੂ ਦੇ ਚਰਨਾਂ ਦੇ ਵਿੱਚ। ਤੇ ਕਹਿਣਾ ਕੀ ਹੈ, ਐ ਗੁਰੂ ਦੇਵ ਸਾਨੂੰ ਆਪਣੀ ਸ਼ਰਨ ਲਓ, ਸਾਨੂੰ ਨਾਮ ਬਖਸ਼ੋ, ਸਾਡੀ ਵੀ ਦੁਨੀਆ ਤੇ ਵਡਿਆਈ ਹੋ ਜਾਵੇ। ਰਖ ਲੇਵੋ ਸਰਣਾਈ, ਹਰ ਨਾਮ ਵਡਾਈ, ਤੁਧ ਜੇ ਵਡਿਆਵਰ ਨਾ ਦਾਤਾ। ਐ ਗੁਰੂ ਨਾਨਕ ਦੇਵ ਸਾਨੂੰ ਆਪਣੀ ਸ਼ਰਨ ਰੱਖਣਾ ਕਰ। ਤੇਰੇ ਨਾਮ ਦੀ ਇਹ ਮਹਿਮਾ ਹੈ, ਤੇਰੇ ਦਰ ਦੀ ਇਹ ਮਹਿਮਾ ਹੈ। ਤੇਰੇ ਵਰਗਾ ਕੋਈ ਦੂਜਾ ਦਾਤਾ ਬਖਸ਼ਿੰਦ ਹੈ ਹੀ ਨਹੀਂ ਹੈ, ਕੋਈ ਹੋਰ ਝੋਲੀਆਂ ਭਰਨ ਵਾਲਾ ਹੈ ਹੀ ਨਹੀਂ ਹੈ। ਦੱਦਾ ਦਾਤਾ ਏਕ ਹੈ, ਸਭ ਕੋ ਦੇਵਨ ਹਾਰ, ਸਭ ਤੇ ਵੱਡ ਸਮਰੱਥ ਗੁਰਦੇਵ। ਤੇਥੋਂ ਵੱਡਾ ਕੌਣ ਹੈ, ਜੋਤ ਰੂਪ ਹਰਾਪ। ਗੁਰੂ ਨਾਨਕ ਕਹਾਇਓ ਤੂੰ ਖੁਦਾ ਦਾ ਰੂਪ ਹੈ। ਦੁਨੀਆ ਵਿੱਚ ਇਹ ਪ੍ਰਚਲਿਤ ਹੈ, ਸਾਨੂੰ ਸ਼ਰਨ ਆਇਆ ਨੂੰ ਰੱਖਣਾ ਕਰ। ਸੇਵਾ ਲਾਗੇ ਸੇ ਵੱਡ ਭਾਗੇ, ਜੁਗ ਜੁਗ ਏਕੋ ਜਾਤਾ। ਕਿਉਂਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਆਇਆ ਗੁਰੂ ਅੰਗਦ ਸਾਹਿਬ, ਜਿਹੜੇ ਤੇਰੇ ਦਰ ਤੇ ਸੇਵਾਦਾਰ ਬਣ ਜਾਂਦੇ ਨੇ, ਜਿਹੜੇ ਤੇਰੀ ਕਦਮ ਬੋਸੀ ਕਰਦੇ ਨੇ, ਤੇਰੇ ਚਰਨਾਂ ਵਿੱਚ ਝਾੜੂ ਬਰਦਾਰ ਬਣ ਜਾਂਦੇ ਨੇ, ਉਹ ਵੱਡਿਆਂ ਭਾਗਾਂ ਵਾਲੇ ਨੇ, ਉਹ ਖੁਸ਼ ਨਸੀਬ ਨੇ। ਜੁਗਾਂ ਜੁਗਾਂ ਵਿੱਚ ਉਹਨਾਂ ਦਾ ਨਾਮ ਜਾਣਿਆ ਜਾਂਦਾ ਹੈ। ਦੂਸਰਾ ਭਾਵ ਇਹ ਹੈ, ਜੁਗ ਜੁਗ ਐ ਨਾਨਕ ਨਿਰੰਕਾਰੀ, ਤੂੰ ਹੀ ਜਾਤਾ ਹੈ, ਤੂੰ ਹੀ ਪ੍ਰਗਟ ਹੈ। ਤੂੰ ਸਤਿਗੁਰ ਚਹੋਂ ਜੁਗੀ ਆਪ ਆਪੇ ਪਰਮੇਸ਼ਰ। throughout the 4 ਯੁਗਾਸ 4 ages ਤੂੰ ਆਪ ਹੀ ਨਿਰੰਕਾਰ ਹੈ, ਆਪ ਹੀ ਸਰਗੁਣ ਸਰੂਪ ਹੈ, ਆਪ ਹੀ ਸ਼ਬਦਾ ਅਵਤਾਰ ਹੈ। ਆਪਣੇ ਪਿਆਰਿਆਂ ਨੂੰ ਹਰ ਯੁੱਗ ਵਿੱਚ ਤੂੰ ਰੱਖਣ ਵਾਲਾ ਜਾਣੀਦਾ ਹੈ। ਜਤ ਸਤ ਸੰਜਮ ਕਰਮ ਕਮਾਵੇ, ਬਿਨ ਗੁਰ ਗਤ ਨਹੀਂ ਪਾਈ। ਦੇਖੋ ਅਸੀਂ ਯਤਨ ਤੇ ਕਰਦੇ ਹਾਂ, ਜਤ ਵਿੱਚ ਰਹੀਏ। ਜਤ ਦਾ ਮਤਲਬ ਇੰਦਰੇ ਕਾਬੂ ਵਿੱਚ ਰੱਖੀਏ, ਅੱਖਾਂ ਕਾਬੂ ਵਿੱਚ, ਜ਼ੁਬਾਨ ਕਾਬੂ ਵਿੱਚ, ਕਦਮ ਗਲਤ ਰਸਤੇ ਤੇ ਨਾ ਚੱਲਣ, ਹਸਤ ਗਲਤ ਕਰਮ ਨਾ ਕਰਨ। ਯਤਨ ਕਰਦੇ ਹਾਂ ਅਸੀਂ। ਜਤ ਤੋਂ ਬਾਅਦਾਂ ਅਸੀਂ ਸਤ ਵੀ ਧਾਰਦੇ ਹਾਂ, ਸੱਚ ਬੋਲੀਏ। ਸੰਜਮ, ਸੰਯਮ ਨੂੰ ਕਿਹਾ ਹੈ, ਸੰਯਮ ਵਿੱਚ ਰਹਿਣਾ, ਇਹਨਾਂ ਇੰਦਰੀਆਂ ਨੂੰ ਕਾਬੂ ਵਿੱਚ ਰੱਖਣਾ। ਇਹ ਸਾਰੇ ਕਰਮ ਅਸੀਂ ਕਮਾਉਣੇ ਹਾਂ, ਪਰ ਹੰਕਾਰ ਆ ਜਾਂਦਾ ਹੈ। ਮੈਂ ਬੜਾ ਜਤੀ, ਮੈਂ ਬੜਾ ਤਪੀ, ਮੈਂ ਸੰਯਮ ਕਰਦਾ। ਬਾਪੂ ਹੁਣ ਮੁਸ਼ਕਲ ਇਹ ਹੈ ਗੁਰੂ ਨਾਨਕ, ਬਿਨਾਂ ਤੇਰੀ ਕਿਰਪਾ ਤੋਂ ਇਹ ਕਰਮ ਕੀਤੇ ਸਫਲੇ ਨਹੀਂ ਹੋਣੇ, ਬਿਨਾਂ ਤੇਰੀ ਬਖਸ਼ਿਸ਼ ਤੋਂ ਗਤ ਨਹੀਂ ਹਾਸਲ ਹੋਣੀ। ਤੂੰ ਮੁਕਤੀ ਦਾਤਾ ਹੈ, ਤੂੰ ਨਜ਼ਾਤ ਬਖਸ਼ਣ ਵਾਲਾ ਹੈ। ਤੇਰੀ ਕਿਰਪਾ ਤੋਂ ਬਿਨਾਂ ਐਮੈਂਸੀਪੇਸ਼ਨ ਸਾਨੂੰ ਨਹੀਂ ਨਸੀਬ ਹੋਣੀ। ਨਾਨਕ ਤਿਸਨੋ ਸ਼ਬਦ 부ਝਾਏ, ਜੋ ਜਾਏ ਪਵੈ ਹਰ ਸਰਣਾਈ। ਦੇਖੋ ਜੇ ਚਾਹੁੰਦੇ ਹੋ ਗੁਰੂ ਚਰਨਾਂ ਵਿੱਚ ਜਗ੍ਹਾ ਦੇਵੇ ਤੇ ਚਰਨੀ ਲੱਗਣਾ ਪਵੇਗਾ, ਤਰਲਾ ਲੈਣਾ ਪਵੇਗਾ। ਜਦੋਂ ਚਰਨੀ ਲੱਗ ਗਏ ਸਾਨੂੰ ਸ਼ਬਦ ਦੀ ਸੋਝੀ ਗੁਰੂ ਬਖਸ਼ ਦਿੰਦਾ ਹੈ, ਸ਼ਬਦ ਦੇ ਅਰਥ ਸਮਝ ਆ ਜਾਂਦੇ ਨੇ, ਉਹ ਵਿਚਾਰ ਜੀਵਨ ਵਿੱਚ ਅਸੀਂ ਲਾਗੂ ਕਰਦੇ ਹਾਂ। ਇਹ ਉਸ ਦਿਨ ਹੀ ਸੰਭਵ ਹੋਵੇਗਾ ਜਦੋਂ ਅਕਾਲ ਪੁਰਖ ਦੀ, ਗੁਰੂ ਦੀ ਸ਼ਰਨ ਜਾਵਾਂਗੇ,
ਜਦੋਂ ਅਕਾਲ ਪੁਰਖ ਦੇ ਗੁਲਾਮ ਬਣ ਜਾਵਾਂਗੇ। ਜੋ ਹਰ ਮਤ ਦੇ ਸਾਇ ਉਪਜੈ, ਹੋਰ ਮਤ ਨਾ ਕਾਈ RAM। ਮਤ ਦਾ ਭਾਵ ਹੁੰਦਾ ਹੈ ਬੁੱਧੀ, ਸੰਕਲਪ, ਸਿਆਣਪ। ਦੇਖੋ, ਉੱਚੀ ਮੱਤ ਜੇ ਤੁਹਾਡੀ ਹੈ ਤੇ ਇਹ ਗੁਰੂ ਪਰਮੇਸ਼ਰ ਦੀ ਦਿੱਤੀ ਹੈ, ਤੇ ਜੇ ਨਲਾਇਕ ਹੋ ਤੇ ਫਿਰ ਵੀ ਉਹਦੇ ਹੁਕਮ ਵਿੱਚ ਹੀ ਹੋ। ਕਈ ਕਹਿ ਦਿੰਦੇ ਲੈ ਮਿਹਨਤ ਤੇ ਆਪ ਹੀ ਕਰਨੀ ਪੈਣੀ ਭਾਈ, ਗੁਰੂ ਨਾਨਕ ਨੇ ਥੋੜਾ ਪੇਪਰਾਂ ਚੋਂ ਪਾਰ ਲੰਘਾਉਣਾ ਹੈ। ਭੁੱਲ ਜਾਣਾ ਹੈ ਤੂੰ, ਗੁਰੂ ਨਾਨਕ ਹੀ ਪਾਰ ਲੰਘਾਵੇਗਾ। ਜੇ ਆਪਣੀ ਸਿਆਣਪ ਚੱਲਦੀ ਹੋਵੇ ਨਾ, ਆ ਜਦੋਂ ਕਿ ਮੈਂ ਪੜ੍ਹਦਾ ਸੀ, ਮੈਂ ਆਪਣੀ ਕਲਾਸ ਬਾਰੇ ਹੀ ਦੱਸਦਾ, ਹੋਰਾਂ ਦਾ ਤੇ ਤੁਹਾਨੂੰ ਆਪਣਿਆਂ ਦਾ ਪਤਾ ਹੀ ਹੈ। 35-40 ਨਿਆਣੇ ਇੱਕ ਜਮਾਤ 'ਚ ਹੁੰਦੇ ਨੇ, ਤੇ ਮੇਰੇ ਵਰਗੇ ਦਿਨ ਰਾਤ ਹੀ ਪੜ੍ਹਦੇ ਰਹਿੰਦੇ ਨੇ, ਰੱਟੇ ਲਾਉਂਦੇ ਰਹਿੰਦੇ ਨੇ, ਕੁਝ ਸਮਝ 'ਚ ਨਾ ਪੈਣਾ, ਮਸਾਂ ਹੀ 60-65 ਨੰਬਰ ਭਾਵੇਂ 100 'ਚ ਆਉਣ ਧੱਕੇ ਨਾਲ। ਕੁਝ ਐਸੇ ਉੱਜਲ ਮਤ ਵਿਦਿਆਰਥੀ ਹੁੰਦੇ ਨੇ, ਇੱਕ ਵਾਰ ਟੀਚਰ ਨੇ ਜੋ ਦੱਸ ਦਿੱਤਾ, ਇੱਕ ਵਾਰ ਜੋ ਉਹਨਾਂ ਦੀ ਨਜ਼ਰ ਹੇਠਾਂ ਲੰਘ ਗਿਆ, ਦੂਜੀ ਵਾਰ ਪੜ੍ਹਨਾ ਨਹੀਂ ਸੀ ਪੈਂਦਾ, ਤੇ ਉਹੀ ਮੋਨੀਟਰ ਬਣਦੇ ਨੇ ਕਲਾਸ ਦੇ, ਉਹੀ ਆਗੂ ਬਣਦੇ ਨੇ। ਭਾਈ ਜੀ, ਉੱਚੀ ਮੱਤ ਗੁਰੂ ਨਾਨਕ ਹੀ ਦਿੰਦਾ ਹੈ, ਗੁਰੂ ਹੀ ਬਖਸ਼ਿੰਦ ਹੋ ਕੇ ਕਿਰਪਾ ਕਰਦਾ ਹੈ। ਟੀਚਰ ਉਹੀ ਹੁੰਦਾ ਜਮਾਤ ਵਿੱਚ, 35 ਚੋਂ 2-4 ਪਹਿਲੇ ਨੰਬਰ ਵਾਲੇ ਹੁੰਦੇ ਨੇ, ਅੱਧੇ ਫੇਲ ਹੋ ਜਾਂਦੇ ਨੇ। ਅੱਛਾ, ਪੜ੍ਹਾਇਆ ਤੇ ਉਸੇ ਨਹੀਂ ਸੀ, ਇਹ ਫਰਕ ਕਿੱਥੇ ਪੈ ਗਿਆ? ਇਹ ਮੱਤ ਵਿੱਚ ਫਰਕ ਹੈ। ਉੱਜਲ ਮੱਤ ਗੁਰੂ ਦੇਣ ਵਾਲਾ ਹੈ, ਗੁਰੂ ਦੀ ਮੱਤ ਤੇ ਚੱਲੋ ਤੇ ਜੀਵਨ ਸਫਲਾ ਹੈ। ਹੋਰ ਕੋਈ ਮਤ ਨਿਹਚਲਤਾ ਤੁਹਾਨੂੰ ਦਿਵਾ ਨਹੀਂ ਸਕਦੀ, ਨਜ਼ਾਤ ਨਹੀਂ ਦਿਵਾ ਸਕਦੀ। ਅੰਤਰ ਬਾਹਰ ਏਕ ਤੂੰ, ਆਪੇ ਦੇਹ 부ਝਾਈ RAM। ਇਸ ਗੱਲ ਨੂੰ ਸਮਝਿਓ, ਪਰਮ ਈਸ਼ਵਰ ਸਾਡੇ ਅੰਦਰ ਜੋਤ ਬਣ ਕੇ, ਸਵਾਸ ਬਣ ਕੇ, ਸੂਖਸ਼ਮ ਸਰੀਰ ਬਣ ਕੇ ਸਮਾਇਆ ਹੋਇਆ ਏ। ਇਸ ਗੱਲ ਨੂੰ ਬੁੱਝ ਲਵੋ, ਬਾਹਰ ਵੀ ਉਹ ਪ੍ਰਗਟ ਹੈ। ਭਾਈ ਸਾਹਿਬ ਭਾਈ ਨੰਦ ਲਾਲ ਦੀ ਫਾਰਸੀ ਦੀ ਗਜ਼ਲ ਹੈ, ਖੁਦਾ ਹਾਜ਼ਿਰ ਬਵਦ ਦਾਇਮ ਬਬੀ ਦੀਦਾਰ ਪਾਕਸ਼ਰਾ, ਨਾ ਗਿਰਦਾਰੇ ਦਰੋ ਹਾਇਲ, ਨਾ ਦਰਿਆਓ ਨਾ ਸਾਹਿਲਾ। ਉਹ ਅਕਾਲ ਪੁਰਖ ਹਰ ਥਾਂ ਤੇ ਹਾਜ਼ਰ ਹੈ, ਹਰ ਜ਼ਰੇ ਵਿੱਚ ਪ੍ਰਗਟ ਹੈ। ਉਹਦੇ ਦਰਸ਼ਨ ਨੂੰ ਵੇਖਿਆ ਕਰ, ਉਥੇ ਕੋਈ ਘੁੰਮਣ ਘੇਰੀ ਨਹੀਂ, ਕੋਈ ਓਲਾ ਨਹੀਂ। ਘਟ ਘਟ ਮੈਂ ਹਰ ਜੂ ਬਸੈ ਸੰਤਨ ਕਹਿਓ, ਪੁਕਾਰ ਉਹ ਹਰ ਜ਼ਰੇ ਦੇ ਵਿੱਚ ਵਸਦਾ ਹੈ। ਸਾਡਾ ਜੋ ਪਰਮ ਈਸ਼ਵਰ ਹੈ, ਉਹਨਾਂ ਨੂੰ ਹੀ ਇਹ ਬੁਝਾਰਤ ਸਮਝ ਲੱਗੀ ਜਿਹੜੇ ਗੁਰੂ ਦੀ ਸ਼ਰਨ ਜਾਂਦੇ ਹਨ। ਆਪੇ ਦੇਹ 부ਝਾਈ ਅਵਰ ਨਾ ਪਾਈ, ਗੁਰਮੁਖ ਹਰ ਰਸ ਚਾਖਿਆ। ਇਹ ਜੋ ਖੇਲ ਹੈ ਪਰਮ ਈਸ਼ਵਰ ਦਾ, ਇਹ ਜੋ ਉਹਦਾ ਹਰ ਜ਼ਰੇ ਵਿੱਚ ਮੌਜੂਦ ਹੋਣਾ ਹੈ, ਇਹ ਉਹਨਾਂ ਨੂੰ ਹੀ ਸਮਝ ਲੱਗਦੀ ਹੈ ਜਿਨ੍ਹਾਂ ਨੂੰ ਉਹ ਸਮਝਾ ਦਿੰਦਾ ਹੈ। ਔਰ ਯਾਦ ਰੱਖਿਓ, ਜਿਹੜੇ ਉਹਦੀ ਮੱਤ ਤੇ ਚੱਲ ਪਏ, ਗੁਰੂ ਦੇ ਹੁਕਮ ਵਿੱਚ ਚੱਲ ਪਏ, ਉਹਨਾਂ ਨੂੰ ਹੋਰ ਕੋਈ ਮੱਤ ਚੰਗੀ ਨਹੀਂ ਲੱਗਦੀ। ਗੁਰੂ ਦੀ ਮੱਤ ਤੇ ਚੱਲਣ ਵਾਲਿਆਂ ਨੂੰ ਹਰ ਰਸ ਪ੍ਰਗਟ ਹੋਇਆ, ਨਾਮ ਰਸ ਆਇਆ। ਜਿਨ੍ਹਾਂ ਨਾਮ ਰਸ ਚੱਖ ਲਿਆ, ਫਿਰ ਸੰਸਾਰ ਰਸ, ਸ਼ਰਾਬ ਦਾ ਰਸ, ਮਾਇਆ ਦਾ ਰਸ, ਪਦਾਰਥਾਂ ਦਾ ਰਸ ਉਹਨਾਂ ਨੂੰ ਭਾਉਂਦਾ ਨਹੀਂ ਹੈ। ਦਰ ਸਾਚੈ ਸਦਾ ਹੈ ਸਾਚਾ, ਸਾਚੈ ਸ਼ਬਦ ਸੁਭਾਖਿਆ। ਗੁਰੂ ਨਾਨਕ ਦਾ ਦਰ ਹੈ ਸੱਚਾ। ਜਿਹੜਾ ਇਸ ਦਰ ਨਾਲ ਜਾਵੇਗਾ ਜੁੜ, ਉਹ ਸਦਾ ਸੱਚੇ ਪਰਮ ਈਸ਼ਵਰ ਵਿੱਚ ਇਕਮਿਕ ਹੋਵੇਗਾ, ਔਰ ਉਹਦੇ ਗਲੂਏ ਤੋਂ ਸੱਚ ਹੀ ਪ੍ਰਗਟ ਹੋਵੇਗਾ। ਸੁਭਾਖਾ ਦਾ ਭਾਵ ਉੱਤਮ ਸੱਚ ਹੀ ਉਹਦੇ ਗਲੂਏ ਤੋਂ ਬਾਹਰ ਆਵੇਗਾ, ਉਹ ਕੁਫਰ ਨਹੀਂ ਤੋਲੇਗਾ। ਦੂਸਰਾ ਭਾਵ ਹੈ, ਗੁਰੂ ਨਾਨਕ ਦੇ ਸੱਚੇ ਦਰ ਉੱਪਰ ਸ਼ਬਦ ਸੁਭਾਖਿਆ ਜਾਂਦਾ ਹੈ, ਸੱਚ ਦਾ ਉਪਦੇਸ਼ ਦਿੱਤਾ ਜਾਂਦਾ ਹੈ, ਜਿਸ ਕਾਰਨ ਸੱਚੇ ਦਾ ਦਰ ਤੈਨੂੰ ਨਸੀਬ ਹੋਵੇਗਾ। ਘਰ ਮਹਿ ਨਿਜ ਕਰ ਪਾਇਆ, ਸਤਿਗੁਰ ਦੀ ਵਡਾਈ। ਜਦੋਂ ਗੁਰੂ ਦੇ ਸ਼ਬਦ ਦਾ ਚਾਨਣਾ ਜ਼ਿਹਨ ਵਿੱਚ ਪ੍ਰਗਟ ਹੋ ਗਿਆ, ਪਰਮਾਤਮਾ ਨਿਜ ਘਰ ਵਿੱਚ ਹੀ ਨਜ਼ਰੀ ਆ ਗਿਆ।
ਅੰਦਰ ਹੀ ਸਾਨੂੰ ਪ੍ਰਗਟ ਹੋਇਆ ਉਹ ਦਿਖਦਾ ਹੈ। ਨਿਜ ਘਰ ਦੀ ਪ੍ਰਾਪਤੀ ਹੋ ਜਾਂਦੀ ਹੈ। ਫਿਰ ਐਸਿਆਂ ਗੁਰਮੁਖਾਂ ਨੂੰ ਸਤਿਗੁਰ ਦੀ ਸ਼ਰਨ ਕਰਕੇ ਵਡਿਆਈ ਮਿਲਦੀ ਹੈ। ਜੋ ਪਰਮਾਤਮਾ ਵਿੱਚ ਅਭੇਦ ਹੋਏ ਉਹਨਾਂ ਮਹਾਂਪੁਰਸ਼ਾਂ ਦੀ ਸਦਾ ਦੁਨੀਆ ਤੇ ਜੈ ਜੈਕਾਰ ਹੁੰਦੀ ਹੈ। ਨਿਜ ਘਰ ਤੋਂ ਭਾਵ ਹੈ ਜੋ ਆਪਣਾ ਨਿਜ ਸਰੂਪ ਹੈ, ਜੋ ਸਾਡਾ ਵਜੂਦ ਹੈ, ਉਹ ਜੋਤ ਸਰੂਪ ਪਰਮ ਈਸ਼ਵਰ ਉਹਨਾਂ ਨੂੰ ਨਸੀਬ ਹੋਇਆ ਜਿਨ੍ਹਾਂ ਨੂੰ ਗੁਰੂ ਨੇ ਵਡਿਆਈ ਦੇਣੀ ਹੈ, ਜਿਨ੍ਹਾਂ ਦੇ ਜ਼ਿਹਨ ਵਿੱਚ ਸ਼ਬਦ ਟਿਕਾਇਆ ਹੈ। ਨਾਨਕ ਜੋ ਨਾਮ ਰਤੇ ਸੇਈ ਮਹਿਲ ਪਾਇਨ, ਮਤ ਪਰਵਾਣ ਸਚ ਸਾਈ। ਦੇਖੋ ਗੁਰੂ ਦੇ ਘਰ ਸਾਰੇ ਹੀ ਆਉਂਦੇ ਨੇ, ਬਾਣੀ ਵੀ ਸੁਣਦੇ ਹਾਂ, ਪਰ ਲਗਨ ਨਹੀਂ ਲੱਗਦੀ। ਅਰਦਾਸ ਕਰਿਆ ਕਰੋ, ਗੁਰੂ ਕਿਰਪਾ ਕਰ ਤੇਰੇ ਨਾਮ ਵਿੱਚ ਰਤੇ ਜਾਈਏ, ਰਤ ਲੱਗ ਜਾਵੇ ਤੇਰੇ ਨਾਮ ਦੀ। ਫਿਰ ਕੀ ਹੋਵੇਗਾ ਜੀ? ਜਦੋਂ ਲਗਨ ਲੱਗ ਗਈ ਨਾਮ ਦੀ, ਨਾਮ ਜਪਿਆ, ਆਵਾਜ਼ਾਂ ਮਾਰੀਆਂ, ਵਾਹਿਗੁਰੂ ਨੇ ਕੁੰਡਾ ਖੋਲਿਆ, ਮਹਿਲ ਪਾਇਨ, ਉਹਦੀ ਪ੍ਰਾਪਤੀ ਹੋ ਗਈ, ਉਹਨੇ ਦਰਸ਼ਨ ਦੇ ਦਿੱਤੇ। ਮਤ ਪ੍ਰਵਾਣ ਸੱਚ ਸਾਈ, ਐਸੀ ਮਤ ਹੀ ਪ੍ਰਮਾਣੀਕ ਹੈ, ਵਡਿਆਈ ਵਾਲੀ ਹੈ, ਸੋਭਨੀਕ ਹੈ। ਕਿਹੜੀ ਮਤ ਜੀ? ਜਿਹੜੀ ਸੱਚ ਦੀ ਪ੍ਰਾਪਤੀ ਲਈ ਪ੍ਰੇਰਦੀ ਹੈ, ਜਿਹੜੀ ਗੁਰੂ ਦੇ ਦਰ ਤੇ ਜਾਣ ਲਈ ਪ੍ਰੇਰਦੀ ਹੈ। ਨਾਮ ਵਿੱਚ ਰੰਗੇ ਹੋਇਆਂ ਨੇ ਮਹਿਲ ਪਾਇਆ, ਪਰਮ ਈਸ਼ਵਰ ਨੂੰ ਪਾਇਆ ਹੈ। ਐਸੇ ਮਹਾਤਮਾ ਗੁਰੂ ਦੇ ਦਰ ਤੇ ਪ੍ਰਵਾਨ ਹੋਏ। ਮਹਿਲ, ਮਹਲ, ਇਹ ਅਰਬੀ ਦਾ ਲਫ਼ਜ਼ ਹੈ, ਹਲੂਲ ਦੀ ਜਗ੍ਹਾ ਜਿੱਥੇ ਪਰਮੇਸ਼ਵਰ ਵਸਦਾ ਹੈ। ਨਾਨਕ ਕਰਮੀ ਇਹ ਮਤ ਪਾਈ, ਦਰ ਘਰ ਸੋਭਾ ਮਹਿਲ ਬੁਲਾਈ। ਚੰਗੀ ਮਤ ਹੋਵੇ ਤੇ ਰੱਬ ਦੇ ਗੀਤ ਗਾਏ ਗਏ। ਗੁਰੂ ਦੀ ਕਿਰਪਾ ਹੋਈ, ਮਹਿਲ ਪ੍ਰਾਪਤ ਹੋਇਆ, ਪ੍ਰਭੂ ਮਿਲਿਆ। ਫਿਰ ਤਿੰਨਾਂ ਲੋਕਾਂ ਦੇ ਵਿੱਚ ਸੋਭਾ ਹੁੰਦੀ ਹੈ, ਜੈ ਜੈਕਾਰ ਹੁੰਦੀ ਹੈ। ਸੋ ਐਸੇ ਪਰਵਰਦਗਾਰ ਅਕਾਲ ਪੁਰਖ ਗੁਰੂ ਨਾਨਕ ਦੇ ਰੂਪ ਵਿੱਚ ਪ੍ਰਗਟ ਹੋਏ ਔਰ ਸਾਨੂੰ ਮਹਿਲ ਦੀ ਪ੍ਰਾਪਤੀ ਉਹੀ ਕਰਵਾਉਣ ਵਾਲੇ ਨੇ। ਸੱਚਾ ਦੋਸਤ ਗੁਰੂ ਅਮਰਦਾਸ ਕਹਿੰਦੇ ਪਰਮੇਸ਼ਵਰ ਹੀ ਹੈ, ਉਹਦੇ ਹੀ ਗੀਤ ਗਾਇਆ ਕਰੋ, ਉਹੀ ਡਿਪਰੈਸ਼ਨ ਚਿੰਤਾਵਾਂ ਮਿਟਾਵੇਗਾ। ਜਿਵੇਂ ਇੱਕ ਸ਼ਾਇਰ ਕਹਿੰਦਾ ਹੈ ਨਾ, ਕਹਿਨੇ ਕੋ ਯੂੰ ਜਹਾਂ ਮੇਂ ਹਜ਼ਾरों हैं यार दोस्त, ਮੁਸ਼ਕਿਲ ਕੇ ਵਕਤ ਏਕ ਹੈ ਪਰਵਰਦੀਗਾਰ ਦੋਸਤ। ਰੋਗਾਂ ਵਿੱਚ ਸੋਗਾਂ ਵਿੱਚ ਅਕਾਲ ਪੁਰਖ ਹੀ ਬਾਂਹ ਫੜਨ ਵਾਲਾ ਹੈ। ਉਹਦੇ ਨਾਮ ਵਿੱਚ ਰੰਗੇ ਜਾਓ, ਫਿਰ ਤੁਹਾਡੀ ਜੈ ਜੈਕਾਰ ਹੈ, ਰੋਗ ਸੋਗ ਮਿਟਣਗੇ। ਇੱਥੇ ਦਾਸ ਵਿਚਾਰ ਨੂੰ ਸੰਕੋਚਦਾ ਹੈ। ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਹੋਣੀ, ਹਜ਼ੂਰੀ ਸੇਵਾਦਾਰ ਗੁਰੂ ਰਾਮਦਾਸ ਪਾਤਸ਼ਾਹ ਸ੍ਰੀ ਹਰਿਮੰਦਰ ਸਾਹਿਬ, ਉਹਨਾਂ ਸਮੇਤ ਗੁਰੂ ਘਰ ਦੇ ਸਮੂਹ ਵਜ਼ੀਰਾਂ ਦਾ, ਸੇਵਾਦਾਰਾਂ ਦਾ ਧੰਨਵਾਦ। ਇੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਸੇਵਾ ਕਰਨ ਵਾਲੇ ਸੇਵਾਦਾਰਾਂ ਦਾ ਧੰਨਵਾਦ। ਗੁਰੂ ਸੰਗਤ ਦਾ ਧੰਨਵਾਦ। ਖੁਦ ਖੁਦਾ ਗੁਰੂ ਗ੍ਰੰਥ ਸਾਹਿਬ ਦਾ ਕੋਟਾਨ ਕੋਟ ਧੰਨਵਾਦ। ਖੰਡੇ ਦੀ ਪੌਲ ਛਕੋ, ਗੁਰੂ ਵਾਲੇ ਬਣੋ, ਜੀਵਨ ਸਫਲਾ ਕਰੋ। ਇਹ ਦੋ ਪੰਕਤੀਆਂ ਪੜ੍ਹ ਕੇ ਫਿਰ ਫਤਿਹ ਬੁਲਾਉਂਦੇ ਹਾਂ। ਘਰ ਮਹਿ ਨਿਜ ਕਰ ਪਾਇਆ, ਸਤਿਗੁਰ ਦੇ ਵਡਾਈ। ਨਾਨਕ ਜੋ ਨਾਮ ਰਤੇ ਸੇਈ ਮਹਿਲ ਪਾਇਨ, ਮਤ ਪਰਵਾਣ ਸਚ ਸਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੇਰੇ ਪੰਜਾਬ ਗੁਰਬਾਣੀ YouTube ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਇਸ ਤੇ ਗੁਰਬਾਣੀ, ਸ਼ਬਦ ਕੀਰਤਨ ਤੇ ਇਤਿਹਾਸ ਨਾਲ ਵੱਧ ਤੋਂ ਵੱਧ ਜੁੜ ਕੇ ਆਨੰਦ ਮਾਣੋ ਤੇ ਆਪਣੀ ਜ਼ਿੰਦਗੀ ਨੂੰ ਸਫਲ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।